ਪਾਵਨ ਸ਼ਬਦ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਸ਼ਬਦ ਰਾਹੀਂ ਜੋ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਤੀਜਾ। ਘਰ ਪਹਿਲਾ। ਪਾਪ ਪੁੰਨ ਕੀ ਸਾਰ ਨ ਜਾਣੀ, ਦੂਜੇ ਲਾਗੀ ਭਰਮ ਭੁਲਾਣੀ। ਅਗਿਆਨੀ ਅੰਧਾ ਮਗ ਨਾ ਜਾਣੈ, ਫਿਰ ਫਿਰ ਆਵਣ ਜਾਵਣਿਆ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦਾ ਲਾਹਾ ਪ੍ਰਾਪਤ ਕਰਦੇ ਆ ਰਹੇ ਹੋ। ਤੀਸਰੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਸਤਿਗੁਰੂ ਜੀ ਵੱਲੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 110 ਦੇ ਉੱਪਰ ਸੁਭਾਏਮਾਨ ਹੈ। ਇਸ ਸ਼ਬਦ ਦੇ 8 ਪਦਿਆਂ ਵਿੱਚੋਂ ਪਹਿਲੇ 4 ਪਦਿਆਂ ਦੀ ਵਿਚਾਰ ਆਪ ਜੀ ਨੇ ਕੱਲ੍ਹ ਦੇ ਦੀਵਾਨਾਂ ਦੇ ਅੰਦਰ ਸਰਵਨ ਕੀਤੀ। ਅਗਲੇਰੇ ਪਾਵਨ ਬਚਨਾਂ ਦੀ ਵਿਚਾਰ ਦੇ ਨਾਲ ਆਪਣੀ ਸੁਰਤ ਨੂੰ ਜੋੜੀਏ। ਪੰਜਵੇਂ ਪਦੇ ਦੀ ਵਿਚਾਰ ਤੋਂ ਪਹਿਲਾਂ ਜੋ ਸ਼ਬਦ ਦਾ ਕੇਂਦਰੀ ਭਾਵ ਰਹਾਉ ਵਾਲੀ ਪੰਕਤੀ ਹੈ, ਉਹਨੂੰ ਸਮਝ ਕੇ ਚੱਲੀਏ। ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਹਉ ਵਾਰੀ ਜੀਓ ਵਾਰੀ ਸਤਿਗੁਰ ਕੈ ਬਲਹਾਰਨਿਆ। ਮੈਂ ਵਾਰੇ ਜਾਵਾਂ, ਸਦਕੇ ਜਾਵਾਂ, ਸਤਿਗੁਰੂ ਤੋਂ ਕੁਰਬਾਨ ਜਾਵਾਂ। ਕਿਹੜੇ ਸਤਿਗੁਰੂ ਤੋਂ? ਜਿਸ ਗੁਰੂ ਦੀ ਮੱਤ ਲੈ ਕੇ ਮੇਰੇ ਅੰਦਰ ਪ੍ਰਕਾਸ਼ ਹੋ ਗਿਆ, ਮੇਰੇ ਅੰਦਰ ਗਿਆਨ ਦਾ ਚਾਨਣ ਜਦੋਂ ਹੋਇਆ ਤੇ ਅਗਿਆਨਤਾ ਦਾ ਹਨੇਰਾ ਕੱਟਿਆ ਗਿਆ। ਹਉ ਵਾਰੀ ਜੀਓ ਵਾਰੀ ਸਤਿਗੁਰ ਕੈ ਬਲਹਾਰਨਿਆ। ਗੁਰਮਤੀ ਪ੍ਰਗਾਸ ਹੋਆ ਜੀ, ਅਨ ਦਿਨ ਹਰ ਗੁਣ ਗਾਵਣਿਆ। ਗੁਰਮਤੀ ਗੁਰੂ ਦੀ ਮੱਤ ਲੈ ਕੇ ਜਦੋਂ ਅੰਦਰ ਪ੍ਰਕਾਸ਼, ਅੰਦਰ ਚਾਨਣ ਹੋਇਆ, ਸੋਝੀ ਹੋਈ, ਤਾਂ ਹੁਣ ਦਿਨ ਰਾਤ ਮਾਲਕ ਦੇ ਗੁਣ ਗਾਏ ਜਾਂਦੇ ਆ। ਦਿਨ ਰਾਤ ਅੰਦਰ ਪਰਮੇਸ਼ਵਰ ਦੇ ਗੁਣ ਜਿਹੜੇ ਨੇ ਉਹ ਗਾਏ ਜਾ ਰਹੇ ਆ। ਇਹ ਗੁਰੂ ਦੀ ਮੱਤ ਦੇ ਰਾਹੀਂ ਹੀ ਅੰਦਰ ਸੋਝੀ ਆਈ। ਕਿਉਂਕਿ ਆਪਣੀ ਮੱਤ ਜੇ ਗੱਲ ਕਰੀਏ ਤੇ ਸਾਡੀ ਆਪਣੀ ਮੱਤ ਨੇ ਸਾਡੇ ਅੰਦਰ ਅਗਿਆਨਤਾ ਦਾ ਹਨੇਰਾ ਕਰ ਦਿੱਤਾ। ਕਿਉਂਕਿ ਮੱਤ ਜਿਹੜੀ ਸੀ ਇਹ ਕੁਮੱਤ ਹੋ ਗਈ ਤੇ ਭੈੜੀ ਮੱਤ ਨੇ ਅੰਦਰ ਅਗਿਆਨਤਾ ਦਾ ਹਨੇਰਾ, ਜਿਸ ਕਰਕੇ
ਪਰਮੇਸ਼ਵਰ ਦੇ ਦਿਨ ਰਾਤ ਗੁਣ ਗਾਉਣੇ ਔਖੇ ਹੋ ਗਏ। ਪਰ ਜਦੋਂ ਦੀ ਗੁਰੂ ਦੀ ਮੱਤ ਲਈ ਤੇ ਗੁਰੂ ਦੀ ਮੱਤ ਵਿੱਚ ਜਦੋਂ ਅੰਦਰ ਪ੍ਰਕਾਸ਼ ਹੋਇਆ, ਅਨ ਦਿਨ ਹਰ ਗੁਣ ਗਾਵਣਿਆ, ਹੁਣ ਦਿਨ ਰਾਤ ਪਰਮੇਸ਼ਵਰ ਦੇ ਅੰਦਰੋਂ ਗੁਣ ਗਾਏ ਜਾਂਦੇ ਆ। ਇਸ ਲਈ ਸਤਿਗੁਰੂ ਤੋਂ ਬਲਿਹਾਰ ਨੇ ਸਤਿਗੁਰੂ ਤੋਂ ਸੱਦ ਕੇ ਜਾਣਾ ਹੈ। ਇਹ ਕੇਂਦਰੀ ਭਾਵ ਪੂਰੇ ਸ਼ਬਦ ਦਾ। ਪੰਜਵੇਂ ਪਦੇ ਵਿੱਚ ਫਿਰ ਗੁਰੂ ਸਾਹਿਬ ਜੀ ਕਿਰਪਾ ਕਰਦੇ, ਪਾਪ ਪੁੰਨ ਕੀ ਸਾਰ ਨ ਜਾਣੀ। ਜਿਹੜੇ ਪਾਪ ਔਰ ਪੁੰਨ ਦੀ ਸਾਰ ਨਹੀਂ ਜਾਣਦੇ, ਚੰਗਾ ਕੀ ਹੈ ਮੰਦਾ ਕੀ ਹੈ, ਜਿਹੜੇ ਨਹੀਂ ਜਾਣਦੇ ਇਸ ਬਾਰੇ, ਭਾਵ ਮੰਦਾ ਕਰਮ ਕਰਕੇ ਵੀ ਕਹਿੰਦੇ ਆ ਅਸੀਂ ਚੰਗਾ ਕੀਤਾ ਹੈ। ਅਗਿਆਨਤਾ ਦੇ ਵਸ ਹੋ ਕੇ ਕਰਮ ਕਾਂਡ ਕਰਕੇ ਵੀ ਕਹਿੰਦੇ ਆ ਅਸੀਂ ਉੱਤਮ ਕਰਮ ਕੀਤੇ ਨੇ। ਜਿਹੜੇ ਪਾਪ ਔਰ ਪੁੰਨ ਬਾਰੇ ਜਾਣਦੇ ਹੀ ਨਹੀਂ, ਦੂਜੇ ਲਾਗੀ ਭਰਮ ਭੁਲਾਣੀ, ਉਹਨਾਂ ਦੀ ਸੁਰਤ ਫਿਰ ਪਰਮੇਸ਼ਵਰ ਦੇ ਚਰਨਾਂ ਨਾਲ ਨਹੀਂ ਜੁੜਦੀ। ਉਹਨਾਂ ਦੀ ਸੁਰਤ ਫਿਰ ਦੂਜੇ ਲਾਗੀ, ਉਹਨਾਂ ਦੀ ਸੁਰਤ ਫਿਰ ਸੰਸਾਰ ਨਾਲ ਜੁੜਦੀ ਹੈ। ਉਹਨਾਂ ਦੇ ਜੀਵਨ ਦੇ ਵਿੱਚ ਭਟਕਣਾ ਹੁੰਦੀ ਹੈ, ਔਰ ਉਹ ਭਟਕਣਾ ਦੇ ਵਿੱਚ ਪਏ ਹੋਏ ਉਹਨਾਂ ਦੀ ਸੁਰਤ ਕੁਰਾਹੇ ਪੈ ਕੇ ਉਸ ਰਾਹ ਉੱਤੇ ਤੋਰ ਦਿੰਦੀ ਹੈ। ਮਨ ਫਿਰ ਉਸ ਰਾਹ ਉੱਤੇ ਤੁਰਦਾ ਹੈ, ਕਿਉਂਕਿ ਜਿੱਧਰ ਸੁਰਤ ਨੇ ਜਾਣਾ, ਜਿੱਧਰ ਸਾਡਾ ਧਿਆਨ ਜਾਏਗਾ, ਮਨ ਵੀ ਉਸ ਪਾਸੇ ਜਾਏਗਾ। ਸਾਡੇ ਅੰਦਰ ਖਿਆਲ ਵੀ ਉਸ ਪਾਸੇ ਦੇ ਹੀ ਆਉਣਗੇ ਜਿਸ ਪਾਸੇ ਸਾਡੀ ਸੁਰਤ ਜਾਏਗੀ। ਹੁਣ ਆਪਾਂ ਬੈਠੇ ਗੁਰੂ ਦਰਬਾਰ ਦੇ ਵਿੱਚ ਆ, ਪਰ ਜੇ ਸਾਡੀ ਸੁਰਤ ਕਿਤੇ ਹੋਰ ਚਲੀ ਗਈ, ਸਾਡਾ ਧਿਆਨ ਵੀ ਉਸ ਪਾਸੇ, ਔਰ ਜਿਸ ਪਾਸੇ ਸਾਡੀ ਸੁਰਤ ਗਈ, ਸਾਡੇ ਦਿਮਾਗ ਦੇ ਵਿੱਚ ਉਹੀ ਸੀਨ ਚੱਲੇਗਾ, ਉਹੀ ਤਸਵੀਰ ਬਣੇਗੀ, ਉੱਥੋਂ ਦੇ ਹੀ ਖਿਆਲ ਸਾਡੇ ਮਨ ਵਿੱਚ ਆਉਣਗੇ। ਹਾਲਾਂਕਿ ਬੈਠੇ ਆਪਾਂ ਗੁਰੂ ਦਰਬਾਰ ਵਿੱਚ ਆ, ਪਰ ਸੁਰਤ ਕਿਤੇ ਹੋਰ ਲੈ ਗਈ। ਜਿੱਥੇ ਸੁਰਤ ਲੈ ਗਈ, ਬਾਹਰੋਂ ਅੱਖਾਂ ਨਾਲ ਆਪਾਂ ਗੁਰੂ ਸਾਹਿਬ ਜੀ ਨੂੰ ਵੇਖ ਰਹੇ ਹਾਂ, ਗੁਰੂ ਦਰਬਾਰ ਸਾਨੂੰ ਦਿਸ ਰਿਹਾ ਹੈ, ਪਰ ਅੰਦਰ ਸੁਰਤ ਕਿਤੇ ਹੋਰ ਚਲੀ ਗਈ ਤਾਂ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ, ਫਿਰ ਅੰਦਰ ਤਸਵੀਰਾਂ ਹੋਰ ਬਣ ਰਹੀਆਂ ਨੇ, ਅੰਦਰ ਪਿਕਚਰ ਕੋਈ ਹੋਰ ਚੱਲ ਰਹੀ ਹੈ। ਇਸ ਲਈ ਮਹਾਰਾਜ ਕਹਿੰਦੇ ਜਿਹੜੇ ਪਾਪ ਔਰ ਪੁੰਨ ਦੀ ਸਾਰ ਨਹੀਂ ਜਾਣਦੇ, ਉਹਨਾਂ ਦੀ ਸੁਰਤ ਫਿਰ ਨਿਰੰਕਾਰ ਵਾਲੇ ਪਾਸੇ ਨਹੀਂ, ਉਹਨਾਂ ਦੀ ਸੁਰਤ ਸੰਸਾਰ ਵਾਲੇ ਪਾਸੇ ਲੱਗਦੀ ਹੈ। ਤੇ ਜਿਨ੍ਹਾਂ ਦੀ ਸੁਰਤ ਸੰਸਾਰ ਵਾਲੇ ਪਾਸੇ ਲੱਗਦੀ ਹੈ, ਉਹ ਫਿਰ ਭਟਕਣਾ ਦੇ ਵਿੱਚ ਪਈ ਹੋਈ ਸੁਰਤ ਇਸ ਮਨ ਨੂੰ ਕੁਰਾਹੇ ਪਾ ਦਿੰਦੀ ਹੈ। ਜਿਸ ਰਾਹ ਉੱਤੇ ਮਨ ਨੇ ਤੁਰਨਾ ਸੀ, ਉਸ ਰਾਹ ਨੂੰ ਛੱਡ ਕੇ ਦੂਜੇ ਰਸਤੇ ਤੇ ਪੈ ਜਾਣਾ। ਹੁਣ ਮਨ ਪਰਮੇਸ਼ਵਰ ਦੇ ਨਾਮ ਦਾ ਰਸ ਲੈਣ ਆਇਆ ਹੈ, ਮਨ ਪਰਮੇਸ਼ਵਰ ਦੇ ਨਾਮ ਦਾ ਧਨ ਲੈਣ ਵਾਸਤੇ ਆਇਆ ਹੈ, ਪਰ ਸੁਰਤ ਨੇ ਮਨ ਨੂੰ ਹੋਰ ਪਾਸੇ ਪਾ ਦਿੱਤਾ। ਇਹ ਕੁਰਾਹੇ ਪਿਆ ਹੋਇਆ ਮਨ ਹੋਰ ਰਸ ਇਕੱਠੇ ਕਰ ਰਿਹਾ, ਜਿਹੜੇ ਰਸ ਨੇ ਇਹਦੇ ਜੀਵਨ ਦੇ ਅੰਦਰ ਨਫ਼ਰਤ, ਈਰਖਾ, ਹੰਕਾਰ ਇਹਦੇ ਅੰਦਰ ਭਰ ਦਿੱਤਾ, ਕਿਉਂਕਿ ਕੁਰਾਹੇ ਪੈ ਗਿਆ। ਜੇ ਮਨ ਸਿੱਧੇ ਮਾਰਗ ਤੇ ਤੁਰਿਆ ਜਾਏ, ਇਹਦੇ ਅੰਦਰ ਸਤ, ਸੰਤੋਖ, ਸਬਰ, ਸੰਤੋਖ, ਦਇਆ, ਇਹ ਗੁਣ ਇਹਦੇ ਅੰਦਰ ਆਉਣ। ਪਰ ਕੁਰਾਹੇ ਪਏ ਹੋਏ ਮਨ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆ ਗਿਆ। ਦੋ ਤਰ੍ਹਾਂ ਦੇ ਲੋਕ ਤੁਹਾਨੂੰ ਮਿਲਣਗੇ, ਇੱਕ ਜਿਹੜੇ ਸਿੱਧੇ ਮਾਰਗ ਤੇ ਤੁਰ ਰਹੇ ਆ,
ਇੱਕ ਜਿਹੜੇ ਕੁਰਾਹੇ ਪਏ ਹੋਏ ਆ। ਹੁਣ ਜਿਹੜੇ ਗਲਤ ਰਸਤੇ ਤੇ ਆਪਾਂ ਪੈ ਗਏ, ਉੱਥੇ ਗਲਤ ਰਸਤੇ ਵਾਲੇ ਹੀ ਲੋਕ ਮਿਲਣੇ ਆ। ਜੇ ਆਪਾਂ ਸਿੱਧੇ ਰਾਹ ਪੈ ਗਏ ਤੇ ਸਿੱਧੇ ਰਾਹ ਤੇ ਚੱਲਣ ਵਾਲੇ ਉਸ ਤਰ੍ਹਾਂ ਦੇ ਲੋਕ ਹੀ ਸਾਨੂੰ ਮਿਲਣੇ ਆ। ਇਸ ਲਈ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸਤਿਗੁਰੂ ਕੋਲੋਂ ਮੱਤ ਨਹੀਂ ਲਈ, ਜਿਹੜੇ ਗੁਰੂ ਦੀ ਮੱਤ ਦੇ ਧਾਰਨੀ ਨਹੀਂ ਬਣੇ, ਉਹਨਾਂ ਨੂੰ ਪਾਪ ਪੁੰਨ ਦੀ ਸਮਝ ਨਹੀਂ ਆਈ, ਤੇ ਦੁਨੀਆ ਵਿੱਚ ਜਿਹੜੇ ਧਰਮ ਦੇ ਨਾਮ ਦੇ ਉੱਪਰ ਲੋਕਾਂ ਨੂੰ ਲੁੱਟਣ ਵਾਲੇ ਸਨ, ਇਹਨਾਂ ਨੂੰ ਪਤਾ ਲੱਗ ਗਿਆ ਕਿ ਇਹਨੂੰ ਪਾਪ ਪੁੰਨ ਦੀ ਸੋਝੀ ਨਹੀਂ। ਉਹਨੇ ਫਿਰ ਹੋਰ ਪਾਪ ਪੁੰਨ ਵਿੱਚ ਉਲਝਾ ਦਿੱਤਾ। ਜੋ ਸਾਨੂੰ ਦੁਨਿਆਵੀ ਤਲ ਤੇ ਦੱਸਿਆ ਉਹ ਪਾਪ ਪੁੰਨ ਦੀ ਸਮਝ ਆ ਗਈ, ਪਰ ਜੋ ਗੁਰਬਾਣੀ ਵਿੱਚ ਸਮਝਾਇਆ ਉਹ ਸਾਨੂੰ ਸਮਝ ਨਹੀਂ ਆਈ। ਸਭ ਕਹਿੰਦੇ ਨਾ ਤੈਨੂੰ ਮੰਦੇ ਦੀ ਸਮਝ ਹੈ, ਨਾ ਚੰਗੇ ਦੀ ਸਮਝ ਹੈ, ਔਰ ਐਸਾ ਤੇਰੇ ਮਨ ਉੱਤੇ ਅਕਲ ਉੱਤੇ ਭਰਮ ਦਾ ਪਰਦਾ ਪੈ ਗਿਆ ਕਿ ਤੈਨੂੰ ਪੁੰਨੀ ਵੀ ਪਾਪੀ ਨਜ਼ਰ ਆਉਂਦੇ ਨੇ ਤੇ ਪਾਪੀ ਵੀ ਪੁੰਨੀ ਨਜ਼ਰ ਆਉਂਦੇ ਆ। ਤੈਨੂੰ ਮਾੜੇ ਲੋਕ ਚੰਗੇ ਨਜ਼ਰ ਆਉਂਦੇ ਨੇ ਤੇ ਚੰਗੇ ਲੋਕ ਤੈਨੂੰ ਮਾੜੇ ਨਜ਼ਰ ਆਉਂਦੇ ਆ। ਤੂੰ ਚੰਗੇ ਲੋਕਾਂ ਉੱਤੇ ਇੰਨਾ ਭਰੋਸਾ ਨਹੀਂ ਕਰਦਾ ਜਿੰਨਾ ਤੂੰ ਮਾੜੇ ਲੋਕਾਂ ਉੱਤੇ ਕਰਦਾ ਹੈ, ਕਿਉਂਕਿ ਸਮਝ ਨਹੀਂ ਨਾ ਆਈ। ਇਸ ਲਈ ਪੁੰਨੀ ਨੂੰ ਪਾਪੀ ਕਹਿ ਦਿੱਤਾ, ਪਾਪੀ ਨੂੰ ਪੁੰਨੀ ਕਹਿ ਦਿੱਤਾ। ਪਰ ਸਾਹਿਬ ਕਹਿੰਦੇ ਇਹ ਤਾਂ ਕਰਮ ਨੇ ਫੈਸਲਾ ਕਰਨਾ ਹੈ ਕਿ ਕਿਹਦੇ ਪੱਲੇ ਪੁੰਨ ਨੇ ਤੇ ਕਿਹਦੇ ਪੱਲੇ ਪਾਪ ਨੇ। ਇਹ ਤਾਂ ਸਾਡਾ ਜਿਹੜਾ ਕਰਮ ਹੈ ਉਸ ਕਰਮ ਨੇ ਫੈਸਲਾ ਕਰਨਾ ਹੈ। ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ, ਲਿਖ ਲਹਿ ਜਾਓ ਆਪੇ ਬੀਜ ਆਪੇ ਹੀ ਖਾਓ। ਮਹਾਰਾਜ ਕਹਿੰਦੇ ਆਪ ਹੀ ਬੀਜਣਾ, ਆਪ ਹੀ ਖਾਣਾ। ਤੇ ਜਦੋਂ ਖਾਣ ਦੀ ਵਾਰੀ ਆਈ, ਬੀਜ ਤਾਂ ਦਿੱਤਾ, ਪਰ ਜਦੋਂ ਖਾਣ ਦੀ ਵਾਰੀ ਆਈ ਫਿਰ ਪਤਾ ਲੱਗਾ ਵੀ ਇਹ ਪਾਪ ਸੀ ਕਿ ਪੁੰਨ ਸੀ। ਬੀਜਣ ਲੱਗਿਆ ਨਹੀਂ। ਇਸ ਲਈ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਪਾਪ ਤੇ ਪੁੰਨ ਦੀ ਸਾਰ ਨਹੀਂ, ਸਮਝ ਨਹੀਂ, ਸੋਝੀ ਨਹੀਂ, ਉਹਨਾਂ ਦੀ ਸੁਰਤ ਫਿਰ ਭਟਕ ਜਾਂਦੀ ਹੈ। ਉਹ ਦੂਜੇ ਪਾਸੇ ਲੱਗੀ ਹੋਈ ਸੁਰਤ ਭਟਕਣਾ ਦੇ ਵਿੱਚ ਪਾ ਕੇ ਆਪ ਵੀ ਕੁਰਾਹੇ ਪੈਂਦੀ ਹੈ ਤੇ ਇਸ ਮਨ ਨੂੰ ਵੀ ਕੁਰਾਹੇ ਪਾਉਂਦੀ ਹੈ। ਦੂਜਾ ਲਾਗੀ ਭਰਮ ਭੁਲਾਣੀ। ਤੇ ਜਦੋਂ ਇਹ ਸੁਰਤ ਕੁਰਾਹੇ ਪੈ ਗਈ, ਕਿਉਂਕਿ ਇਸਤਰੀ ਵਾਚਕ ਹੈ, ਭੁਲਾਣੀ, ਲਾਗੀ, ਇਹਦਾ ਮਤਲਬ ਜਿਹੜੀ ਸਾਡੀ ਸੁਰਤ ਹੈ ਇਹ ਦੂਜੇ ਪਾਸੇ ਜਦੋਂ ਲੱਗੀ, ਇਹ ਭਰਮ ਦੇ ਵਿੱਚ ਕੁਰਾਹੇ ਪੈ ਗਈ। ਤੇ ਜਦੋਂ ਇਹ ਕੁਰਾਹੇ ਪੈ ਗਈ ਸਾਡੀ ਸੁਰਤ, ਅਗਿਆਨੀ ਅੰਧਾ। ਹੁਣ ਇੱਥੇ ਪੁਰਸ਼ ਵਾਚਕ ਹੈ ਅੰਧਾ। ਦੋਵੇਂ ਪੰਕਤੀਆਂ ਨੂੰ ਸਮਝ ਕੇ ਚੱਲਣਾ ਪੈਣਾ ਹੈ। ਪਾਪ ਪੁੰਨ ਕੀ ਸਾਰ ਨਾ ਜਾਣੀ, ਦੂਜੈ ਲਾਗੀ ਭਰਮ ਭੁਲਾਣੀ। ਇਹ ਇਸਤਰੀ ਵਾਚਕ ਹੈ ਕਿ ਉਹ ਸੁਰਤ ਜਿਹੜੀ ਹੈ ਸਾਡੀ ਉਹ ਭਰਮ ਵਿੱਚ ਪਈ ਹੋਈ ਭਟਕ ਗਈ, ਕੁਰਾਹੇ ਪੈ ਗਈ। ਹੁਣ ਉਹਦਾ ਅਸਰ ਕੀ ਹੋਇਆ, ਉਹਦਾ ਨੁਕਸਾਨ ਕੀ ਹੋਇਆ? ਅਗਿਆਨੀ ਅੰਧਾ ਮਗ ਨਾ ਜਾਣੈ। ਹੁਣ ਅੰਧਾ ਇਹ ਪੁਰਸ਼ ਵਾਚਕ ਹੈ। ਹੁਣ ਇੱਥੇ ਅੰਧਾ ਕੌਣ ਹੈ? ਮਨ। ਸੁਰਤ ਭਟਕ ਗਈ, ਕੁਰਾਹੇ ਪੈ ਗਈ। ਹੁਣ ਸੁਰਤ ਦੇ ਮਗਰ ਮਗਰ ਹੀ ਇਸ ਮਨ ਨੇ ਤੁਰਨਾ ਸੀ। ਜਦੋਂ ਸੁਰਤ ਸਾਡੀ ਕੁਰਾਹੇ ਪੈ ਗਈ ਤਾਂ ਫਿਰ ਜਿਹੜਾ ਇਹ ਮਨ ਸੀ ਕਹਿੰਦੇ ਇਹ ਅਗਿਆਨੀ ਹੋ ਗਿਆ, ਭਾਵ ਗਿਆਨ ਤੋਂ ਹੀਣਾ ਹੋ ਗਿਆ। ਜਦੋਂ ਇਹ ਗਿਆਨ ਤੋਂ ਹੀਣਾ ਹੋਇਆ ਤੇ ਇਹਦੇ ਅੱਗੇ ਹਨੇਰਾ ਹੀ ਹਨੇਰਾ ਆ ਗਿਆ, ਅਗਿਆਨਤਾ ਦਾ ਹਨੇਰਾ। ਹੁਣ ਜਦੋਂ ਅਗਿਆਨਤਾ ਦਾ ਹਨੇਰਾ ਆ ਗਿਆ, ਇਹ ਅੰਧਾ ਮਨ ਮਗ ਨਾ ਜਾਣੇ। ਮਗ ਮੈਨੇ ਰਸਤਾ, ਇਹ ਹੁਣ ਰਸਤਾ ਨਹੀਂ ਜਾਣਦਾ ਵੀ ਜਾਣਾ ਕਿਹੜੇ ਪਾਸੇ ਆ। ਹਨੇਰੇ ਦੇ ਵਿੱਚ ਅਕਸਰ ਰਾਹ ਲੋਕ ਭਟਕ ਜਾਂਦੇ ਆ। ਭਾਵੇਂ ਇੱਕ ਰਾਹ ਤੋਂ ਰੋਜ਼ ਹੀ ਅਸੀਂ ਗੁਜ਼ਰਦੇ ਹਾਂ, ਲੰਘਦੇ ਹਾਂ, ਪਰ ਜੇ ਕਿਤੇ ਘੁੱਪ ਹਨੇਰਾ ਹੋ ਜਾਏ, ਬਿਲਕੁਲ ਹਨੇਰਾ ਹੋ ਜਾਏ,
ਤੇ ਚੰਗਾ ਭਲਾ ਇਨਸਾਨ ਵੀ ਰਾਹ ਬਦਲ ਜਾਂਦਾ ਹੈ, ਭਟਕ ਜਾਂਦਾ ਹੈ। ਕਈ ਵਾਰ ਤੇ ਪਿਛਾਂ ਰਹਿ ਜਾਂਦਾ ਹੈ ਤੇ ਜਾਂ ਫਿਰ ਆਪਣੇ ਘਰ ਤੋਂ ਅੱਗੇ ਲੰਘ ਜਾਂਦਾ ਹੈ। ਉਹਦਾ ਕਾਰਨ ਅੱਗੇ ਉਹ ਹਨੇਰਾ ਸੀ ਜਿਹਨੇ ਭਰਮ ਪਾ ਦਿੱਤਾ। ਸਭ ਕਹਿੰਦੇ ਇਸੇ ਤਰ੍ਹਾਂ ਉਹ ਪ੍ਰਾਣੀ ਨੇ ਜਿਨ੍ਹਾਂ ਦੀ ਸੁਰਤ ਭਰਮ ਦੇ ਵਿੱਚ ਪਈ ਕੁਰਾਏ ਪੈ ਗਈ ਤੇ ਉਹਦੇ ਮਗਰ ਚੱਲਣ ਵਾਲਾ ਮਨ ਅਗਿਆਨੀ ਹੋ ਗਿਆ, ਗਿਆਨ ਤੋਂ ਹੀਣਾ ਹੋ ਗਿਆ ਔਰ ਅੰਧਾ ਹਨੇਰਾ ਇਹਦੀ ਜ਼ਿੰਦਗੀ ਵਿੱਚ ਆ ਗਿਆ। ਹੁਣ ਮੱਗ ਨਾ ਜਾਣੇ, ਹੁਣ ਰਸਤਾ ਨਹੀਂ ਜਾਣ ਰਿਹਾ, ਹੁਣ ਇਸ ਰਸਤੇ ਦੀ ਇਹਨੂੰ ਸੋਝੀ ਕੋਈ ਨਹੀਂ ਹੈ। ਤੇ ਜੇ ਰਸਤੇ ਦੀ ਸੋਝੀ ਨਹੀਂ ਹੈ ਫਿਰ ਆਵਣ ਜਾਵਣਿਆ, ਉਧਰ ਸਾਡੀ ਜਿਹੜੀ ਜੀਵ ਇਸਤਰੀ ਹੈ ਉਹਦਾ ਆਉਣਾ ਜਾਣਾ ਇਸੇ ਤਰ੍ਹਾਂ ਹੀ ਬਣਿਆ ਰਹਿਣਾ, ਕਿਉਂਕਿ ਮਨ ਅਗਿਆਨਤਾ ਦੇ ਵੱਸ ਪੈ ਕੇ ਆਪਣਾ ਰਸਤਾ ਭਟਕ ਗਿਆ ਤੇ ਰਸਤਾ ਭਟਕਿਆ ਇੱਧਰੋਂ ਜ਼ਿੰਦਗੀ ਦਾ ਸਮਾਂ ਮੁੱਕ ਗਿਆ। ਤੇ ਜ਼ਿੰਦਗੀ ਦਾ ਸਮਾਂ ਜਦੋਂ ਮੁੱਕਿਆ ਫਿਰ ਆਵਣ ਜਾਵਣਿਆ, ਫਿਰ ਇਸ ਜੀਵ ਇਸਤਰੀ ਇਸ ਜਿੰਦ ਦਾ ਆਉਣਾ ਜਾਣਾ ਫਿਰ ਉਸੇ ਤਰ੍ਹਾਂ ਬਰਕਰਾਰ ਹੈ। ਇਹ ਖੇਡ ਹੈ ਸਾਡੇ ਜੀਵਨ ਦੇ ਅੰਦਰ ਦੀ, ਇਹਨੂੰ ਸਮਝਣਾ ਪੈਣਾ ਹੈ। ਸੁਰਤ ਕਿਤੇ ਹੋਰ ਚਲੀ ਗਈ, ਧਿਆਨ ਕਿਤੇ ਹੋਰ ਚਲਾ ਗਿਆ, ਜਿਹਦੇ ਕਰਕੇ ਮਨ ਭਟਕ ਗਿਆ। ਭਟਕਿਆ ਹੋਇਆ ਮਨ ਅਸਲ ਰਾਹ ਉੱਤੇ ਤੁਰਿਆ ਨਾ, ਉਧਰੋਂ ਜ਼ਿੰਦਗੀ ਦਾ ਸਮਾਂ ਮੁੱਕ ਗਿਆ। ਕਿਉਂਕਿ ਮਨ ਨੂੰ ਨਾਲ ਨਾਲ ਆਵਾਜ਼ਾਂ ਵੀ ਦਿੱਤਾ ਜਾ ਰਿਹਾ ਹੈ ਵੀ ਮਨ ਧਿਆਨ ਰੱਖ, ਸਮਾਂ ਬੜਾ ਥੋੜਾ ਰਹਿ ਗਿਆ ਤੇ ਹਜੇ ਤੱਕ ਮੱਗ ਨਾ ਜਾਣੇ, ਤੂੰ ਹਜੇ ਤੱਕ ਉਹ ਰਸਤਾ ਜਾਣਿਆ ਹੀ ਨਹੀਂ ਹੈ ਜਿਸ ਰਸਤੇ ਤੇ ਤੁਰ ਕੇ ਤੂੰ ਆਪਣੀ ਜ਼ਿੰਦਗੀ ਦਾ ਲਾਹਾ ਲੈ ਸਕੇ। ਫਿਰ ਇਹਨੂੰ ਸਮਝਾਇਆ ਗਿਆ ਕਿ ਤੇਰੇ ਕੋਲ ਹਜੇ ਵੀ ਵਕਤ ਹੈ, ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ ਅਵਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੋ। ਹੁਣ ਮਨ ਨੂੰ ਕਿਹਾ ਅਵਸਰ ਬੀਤਿਓ ਜਾਤ ਹੈ ਤੇ ਤੇਰਾ ਜੀਵਨ ਸਮਾਂ ਲੰਘਦਾ ਜਾ ਰਿਹਾ, ਮੱਗ ਨਾ ਜਾਣੇ, ਹਜੇ ਤੱਕ ਤੂੰ ਰਾਹ ਨਹੀਂ ਜਾਣਿਆ, ਹਜੇ ਤੱਕ ਤੈਨੂੰ ਸੋਝੀ ਨਹੀਂ ਆਈ, ਤੇਰੇ ਜੀਵਨ ਵਿੱਚ ਹਨੇਰਾ ਜਿਹੜਾ ਸੀ ਉਹ ਦੂਰ ਨਾ ਹੋਇਆ। ਤੇ ਫਿਰ ਜਦੋਂ ਇਹ ਅਵਸਰ ਤੇਰੇ ਹੱਥੋਂ ਲੰਘ ਗਿਆ, ਇਹ ਸਮਾਂ, ਇਹ ਟਾਈਮ ਜ਼ਿੰਦਗੀ ਦਾ ਲੰਘ ਗਿਆ, ਫਿਰ ਉਸ ਜੀਵ ਇਸਤਰੀ ਨੂੰ ਕੀ ਨੁਕਸਾਨ ਹੋਏਗਾ? ਜਿਹਨੇ ਜੀਵਨ ਵਿੱਚ ਲਾਹਾ ਲੈ ਕੇ ਜਾਣਾ ਸੀ ਮਨੁੱਖਾ ਜਨਮ ਵਿੱਚ, ਉਹਨੂੰ ਫਿਰ ਘਾਟਾ ਕੀ ਪੈ ਗਿਆ? ਫਿਰ ਆਵਣ ਜਾਵਣਿਆ, ਉਹਦਾ ਆਉਣਾ ਜਾਣਾ ਫਿਰ ਬਣਿਆ ਰਹਿ ਗਿਆ। ਇਹ ਇੱਕ ਕੜੀ ਨਾਲ ਦੂਜੀ, ਦੂਜੀ ਕੜੀ ਨਾਲ ਤੀਸਰੀ ਕੜੀ ਨੇ ਜੁੜਨਾ ਹੈ, ਤਾਂ ਅੰਦਰ ਦੀ ਖੇਡ ਬਣਨੀ ਹੈ। ਜੇ ਮਾਲਾ ਵੀ ਬਣਦੀ ਹੈ ਤੇ ਇੱਕ ਇੱਕ ਮਣਕੇ ਨੂੰ ਪਰੋ ਕੇ ਬਣਦੀ ਹੈ। ਸਾਡੇ ਅੰਦਰ ਵੀ ਇੱਕ ਇੱਕ ਕੜੀ ਨੇ ਜੁੜਨਾ ਹੈ। ਸੁਰਤ, ਮਤ, ਮਨ, ਬੁੱਧ, ਇਹ ਇੱਕ ਨਾਲ ਕੜੀ ਜੁੜੇਗੀ ਤਾਂ ਜਾ ਕੇ ਜੀਵ ਇਸਤਰੀ ਨੂੰ ਲਾਹਾ ਹੋਣਾ ਹੈ, ਤਾਂ ਸਾਡੀ ਜੀਵ ਆਤਮਾ ਦਾ ਭਲਾ ਹੋਣਾ ਹੈ। ਹੁਣ ਸੁਰਤ ਵੀ ਖਿੰਡੀ ਪਈ ਹੈ, ਮਤ ਕਿਤੇ ਹੋਰ ਤੁਰੀ ਜਾਂਦੀ ਹੈ। ਇਸ ਲਈ ਸਾਹਿਬ ਜੀ ਕਹਿੰਦੇ ਆ ਕਿ ਜਿਹਨੇ ਨਹੀਂ ਹਜੇ ਤੱਕ ਜਾਣਿਆ, ਉਹ ਭਰਮ ਦੇ ਵਿੱਚ, ਭੁਲੇਖੇ ਦੇ ਵਿੱਚ ਉਹਨਾਂ ਦੀ ਸੁਰਤ ਭਟਕਦੀ ਹੈ ਤੇ ਮਨ ਰਸਤਾ ਨਹੀਂ ਜਾਣਦਾ, ਉਹ ਅਗਿਆਨਤਾ ਦੇ ਵੱਸ ਪਿਆ ਰਹਿ ਜਾਂਦਾ ਹੈ, ਜਿਸ ਕਰਕੇ ਇਸ ਜੀਵ ਇਸਤਰੀ, ਜੀਵ ਆਤਮਾ ਦਾ ਆਵਣ ਜਾਣ ਉਸੇ ਤਰ੍ਹਾਂ ਹੀ ਬਣਿਆ ਰਹਿੰਦਾ ਹੈ। ਗੁਰ ਸੇਵਾ ਤੇ ਸਦਾ ਸੁਖ ਪਾਇਆ, ਹੋ ਮੈਂ ਮੇਰਾ ਠਾਕ ਰਹਾਇਆ। ਗੁਰ ਸਾਖੀ ਮਿਟਿਆ ਅੰਧਿਆਰਾ, ਬਜਰ ਕਪਾਟ ਖੁਲਾਵਣਿਆ। ਧੰਨ ਗੁਰੂ ਅਮਰਦਾਸ ਮਹਾਰਾਜ, ਕਿਉਂਕਿ ਸਤਿਗੁਰੂ ਮਹਾਰਾਜ ਨੇ ਆਪਣੇ ਜੀਵਨ ਅੰਦਰ ਵੀ ਬਹੁਤ ਲੰਬੇਰਾ ਸਮਾਂ
ਬਾਹਰ ਦੀਆਂ ਯਾਤਰਾਵਾਂ ਕਰਕੇ ਵੇਖਿਆ, ਤੀਰਥਾਂ ਤੇ ਜਾ ਕੇ ਵੇਖਿਆ, ਬਾਹਰ ਦੀ ਭਟਕਣਾ ਜਿਹੜੀ ਸੀ ਉਹ ਉਸੇ ਤਰ੍ਹਾਂ ਹੀ ਬਣੀ ਰਹੀ ਤੇ ਅੰਦਰ ਵੀ ਉਸੇ ਤਰ੍ਹਾਂ ਹੀ ਮਨ ਭਟਕਦਾ ਰਿਹਾ। ਮਨ ਨੂੰ ਕਦੇ ਟਿਕਾ ਨਹੀਂ ਸੀ ਮਿਲਿਆ। 19-20 ਵਾਰ ਬਾਹਰ ਦੀ ਜਿਹੜੀ ਯਾਤਰਾ ਕਰਕੇ ਵੀ ਅੰਦਰ ਅਧੂਰੇ ਦਾ ਅਧੂਰਾ ਮਹਿਸੂਸ ਹੁੰਦਾ ਸੀ। ਪਰ ਇੱਕ ਦਿਨ ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਦਰ ਤੇ ਆਉਂਦੇ ਨੇ, ਜਾਂ ਰੱਬੀ ਬਾਣੀ ਜਦੋਂ ਮਨ ਕਰਕੇ ਸੁਣਦੇ ਆ, ਸੁਰਤ ਕਰਕੇ ਸੁਣਦੇ ਆ, ਜਿਹੜਾ ਇੰਨੇ ਸਾਲਾਂ ਦਾ ਮਨ ਦੇ ਵਿੱਚ ਟਿਕਾ ਨਹੀਂ ਸੀ ਬਣਦਾ, ਉਹ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਬਾਣੀ ਸੁਣਦਿਆਂ ਮਨ ਅੰਦਰ ਟਿਕ ਗਿਆ। ਤੇ ਜਦੋਂ ਮਨ ਅੰਦਰ ਟਿਕਿਆ ਤੇ ਫਿਰ ਸੁਰਤ ਜਿਹੜੀ ਸੀ, ਜਿਹੜੀ ਕਹਿ ਲਓ ਕਿ ਦੂਜੇ ਰਾਹ ਪਈ ਹੋਈ, ਉਹ ਹੁਣ ਗੁਰੂ ਨਾਨਕ ਸਾਹਿਬ ਜੀ ਦੇ ਰਾਹ ਉੱਤੇ ਪੈ ਗਈ। ਫਿਰ ਗੁਰੂ ਚਰਨਾਂ ਦੀ ਸੇਵਾ ਜਿਹੜੀ ਸੀ ਉਹ ਸ਼ੁਰੂ ਹੋਈ। ਸੇਵਾ ਔਰ ਸਿਮਰਨ ਦੋਵੇਂ ਚੀਜ਼ਾਂ, ਸਰੀਰ ਕਰਕੇ ਸੇਵਾ ਨਿਭਾਈ ਔਰ ਮਨ ਕਰਕੇ ਸਿਮਰਨ ਕੀਤਾ। ਉਹਦੇ ਵਿੱਚੋਂ ਕੀ ਲਾਭ ਹੋਇਆ? ਗੁਰ ਸੇਵਾ ਤੇ ਸਦਾ ਸੁਖ ਪਾਇਆ। ਕਿਉਂਕਿ ਗੁਰੂ ਦੀ ਸੇਵਾ ਦੇ ਵਿੱਚ ਸੁਖ ਹੀ ਉਪਜਦਾ ਹੈ, ਦੁੱਖ ਨਹੀਂ ਉਪਜਦਾ। ਗੁਰ ਸੇਵਾ ਤੇ ਸੁਖ ਉਪਜੈ, ਦੁੱਖ ਨਾ ਲਾਗੇ ਆਏ। ਮਹਾਰਾਜ ਜੀ ਕਹਿੰਦੇ ਉਹਨੂੰ ਦੁੱਖ ਲਾਗੇ ਨਹੀਂ ਆਉਂਦਾ, ਲੱਗਦਾ ਹੀ ਨਹੀਂ ਹੈ, ਜਿਹਦੀ ਜ਼ਿੰਦਗੀ ਵਿੱਚ ਗੁਰੂ ਦਰ ਤੇ ਸੇਵਾ ਕਰਦਿਆਂ ਸੁੱਖ ਦੀ ਪ੍ਰਾਪਤੀ ਹੋ ਜਾਏ। ਗੁਰ ਸੇਵਾ ਤੇ ਸਦਾ ਸੁਖ ਪਾਇਆ। ਜਿਹੜਾ ਸਦਾ ਵਾਲਾ ਸੁਖ ਸੀ ਨਾ, ਉਹ ਗੁਰੂ ਦੇ ਚਰਨਾਂ ਵਿੱਚ ਸੇਵਾ ਕਰਕੇ ਪਾਇਆ। ਤੇ ਜਦੋਂ ਸੇਵਾ ਕਰਕੇ ਉਹ ਸੁਖ ਪਾ ਲਿਆ, ਕਿਵੇਂ? ਹਉਮੈ ਮੇਰਾ ਠਾਕੁਰ ਰਹਾਇਆ। ਜਿਵੇਂ ਜਿਵੇਂ ਗੁਰੂ ਦਰਬਾਰ ਦੀ ਸੇਵਾ ਵਿੱਚ ਜੁੜਦਾ ਗਿਆ, ਗੁਰੂ ਚਰਨਾਂ ਵਿੱਚ ਜਿਵੇਂ ਜਿਵੇਂ ਸੇਵਾ ਦੇ ਵਿੱਚ ਜੁੜਦਾ ਗਿਆ, ਗੁਰੂ ਸਾਹਿਬ ਦੀ ਕਿਰਪਾ ਵਰਤਦੀ ਗਈ। ਜਿਹੜਾ ਅੰਦਰ ਹਉਮੈ ਹੰਕਾਰ ਸੀ ਨਾ, ਇਹਨੇ ਉੱਤੇ ਰੋਕ ਲੱਗ ਗਈ। ਠਾਕ ਮੈਨੇ ਰੋਕ। ਗੁਰੂ ਸਾਹਿਬ ਜੀ ਨੇ ਇਹਨੂੰ ਰੋਕ ਕੇ ਰੱਖਿਆ ਵੀ ਇਹਦੇ ਅੰਦਰ ਹੰਕਾਰ ਨਾ ਆਵੇ, ਕਿਉਂਕਿ ਜੇ ਹੰਕਾਰ ਆ ਗਿਆ ਫਿਰ ਇਹ ਸੇਵਾ ਕੀਤੀ ਜਿਹੜੀ ਹੈ ਇਹ ਸਫਲ ਨਹੀਂ ਹੋਣੀ। ਅਸੀਂ ਰੋਜ਼ ਅੰਮ੍ਰਿਤ ਬਾਣੀ ਦਾ ਅਭਿਆਸ ਕਰਦੇ ਹਾਂ, ਗੁਰੂ ਦਰਬਾਰ ਵਿੱਚ ਆਉਂਦੇ ਹਾਂ, ਕਥਾ ਕੀਰਤਨ ਸੁਣਦੇ ਹਾਂ ਜਾਂ ਸੇਵਾਵਾਂ ਕਰਦੇ ਹਾਂ, ਇਹ ਸੋਚ ਕੇ ਵੀ ਇਹ ਸਾਡੀ ਜ਼ਿੰਦਗੀ ਵਿੱਚ ਇਹਦਾ ਸਾਨੂੰ ਲਾਭ ਮਿਲੇ, ਇਹ ਸਾਡੀ ਮਿਹਨਤ ਦਾ ਫਲ ਸਾਨੂੰ ਮਿਲ ਜਾਏ। ਪਰ ਕੋਈ ਨਹੀਂ ਚਾਹੁੰਦਾ ਕਿ ਮੈਂ ਮਿਹਨਤ ਕਰਾਂ ਤੇ ਮੈਨੂੰ ਫਲ ਨਾ ਮਿਲੇ। ਸਭ ਕਹਿੰਦੇ ਜਿਹੜਾ ਹਉਮੈ ਹੰਕਾਰ ਹੈ ਨਾ, ਇਹ ਜੇ ਸੇਵਾ ਕਰਕੇ ਹੰਕਾਰ ਆ ਜਾਏ ਤਾਂ ਤੇਰੀ ਸੇਵਾ ਕੀਤੀ ਬੇਕਾਰ ਹੈ। ਤੇਰੀ ਇਸ ਸੇਵਾ ਦਾ ਫਿਰ ਤੈਨੂੰ ਫਲ ਨਹੀਂ ਮਿਲਣਾ, ਕਿਉਂਕਿ ਹੰਕਾਰ ਨੇ ਤੇਰੇ ਅੰਦਰ ਉਹ ਰੋਕ ਲਾ ਦਿੱਤੀ ਹੈ, ਜਿਹਦੇ ਕਰਕੇ ਤੇਰੀ ਕੀਤੀ ਸੇਵਾ ਬੇਕਾਰ ਚਲੀ ਗਈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਬਚਨ ਆਪਾਂ ਕਿੰਨੀ ਵਾਰ ਪੜ੍ਹੇ ਨੇ, ਸੁਣੇ ਨੇ। ਮਹਾਰਾਜ ਕਹਿੰਦੇ ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇਫਲ ਜਾਤ ਤੈ। ਇਹ ਸਭ ਕੁਝ ਨੇਫਲ ਹੋ ਗਿਆ। ਪੁੱਛਿਆ ਕਿਵੇਂ ਨੇਫਲ ਹੋ ਗਿਆ? ਜਿਉਂ ਕੁੰਚਰ ਇਸ਼ਨਾਨ, ਜਿਵੇਂ ਹਾਥੀ ਦਾ ਇਸ਼ਨਾਨ ਕੀਤਾ ਬੇਕਾਰ ਹੋ ਗਿਆ। ਮਹਾਵਤ ਨੇ ਬੜੀ ਮਿਹਨਤ ਕਰਕੇ ਹਾਥੀ ਨੂੰ ਨਵਾਇਆ, ਪਰ ਉਹੀ ਹਾਥੀ ਕਹਿੰਦੇ ਥੋੜੇ ਸਮੇਂ ਬਾਅਦ ਹੀ ਆਪਣੇ ਉੱਤੇ ਰੇਤ ਮਿੱਟੀ ਪਾਉਣ ਲੱਗ ਪਿਆ। ਤੇ ਮਹਾਵਤ ਨੇ ਆਖਿਆ ਇੰਨੀ ਮਿਹਨਤ ਨਾਲ ਨਵਾਇਆ ਸੀ, ਸਾਰਾ ਹੀ ਬੇਕਾਰ ਚਲਾ ਗਿਆ, ਕਿਉਂਕਿ ਇਹਨੇ ਉੱਤੇ ਖੇ ਪਾ ਲਈ ਆਪਣੇ, ਫਿਰ ਮਿੱਟੀ ਪਾ ਲਈ। ਇਸੇ ਤਰ੍ਹਾਂ ਸਾਡੇ ਮਨ ਦੀ ਹਾਲਤ ਹੈ। ਸਾਹਿਬ ਜੀ ਕਹਿੰਦੇ ਜੇ ਤੁਸੀਂ ਸੇਵਾ ਸਿਮਰਨ ਵਿੱਚ ਜੁੜ ਕੇ ਆਪਣੇ ਅੰਦਰ ਗੁਮਾਨ ਭਰ ਲਓਗੇ, ਹੰਕਾਰ ਭਰ ਲਓਗੇ, ਫਿਰ ਨਾਨਕ ਨੇਫਲ
ਜਾਤ ਤੈਂ ਜਿਉ ਕੁੰਚਰ ਇਸ਼ਨਾਨ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਆ, ਜਦੋਂ ਗੁਰੂ ਦਰ ਤੇ ਸੇਵਾ ਕੀਤੀ, ਸੇਵਾ ਕਰਦਿਆਂ ਗੁਰੂ ਸਾਹਿਬ ਨੇ ਮਿਹਰ ਕੀਤੀ, ਹਉਮੈ ਮੇਰਾ ਠਾਕ ਰਹਾਇਆ। ਮੇਰਾ ਹਉਮੈ, ਮੇਰਾ ਹੰਕਾਰ, ਉਹਨੂੰ ਰੋਕ ਲਾ ਦਿੱਤੀ ਵੀ ਅੰਦਰ ਹਉਮੈ ਨਾ ਆਵੇ, ਅੰਦਰ ਹੰਕਾਰ ਨਾ ਆਵੇ। ਅਸੀਂ ਇਸ ਤਰੀਕੇ ਨਾਲ ਸੇਵਾ ਵਿੱਚ ਜੁੜਨਾ ਕਿ ਸਾਡੇ ਅੰਦਰੋਂ ਹੰਕਾਰ ਚਲਾ ਜਾਏ। ਇਸ ਤਰੀਕੇ ਨਾਲ ਨਹੀਂ ਜੁੜਨਾ ਕਿ ਹੰਕਾਰ ਹੋਰ ਵੱਧ ਜਾਏ। ਸਤਿਗੁਰੂ ਦੇ ਦਰ ਦੀ ਕੀਤੀ ਹੋਈ ਸੇਵਾ ਤਾਂ ਸਫਲ ਹੋਣੀ ਹੈ ਜੇ ਹਉਮੈ ਵਿੱਚੋਂ ਨਿਕਲੇ। ਤੇ ਕਰਨੀ ਵੀ ਸੇਵਾ ਇਸੇ ਲਈ ਹੈ, ਹਉਮੈ ਦੀ ਬਿਮਾਰੀ ਤੋਂ ਛੁਟਕਾਰਾ ਪਾਉਣ ਵਾਸਤੇ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੈ ਚਿਤ ਲਾਏ, ਮਨ ਚਿੰਦਿਆਂ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਜੇ ਅੰਦਰ ਸੇਵਾ ਕਰਕੇ ਹਉਮੈ ਹੰਕਾਰ ਆ ਰਿਹਾ ਹੈ, ਇਹਦਾ ਮਤਲਬ ਚਿੱਤ ਲਾ ਕੇ ਨਹੀਂ ਕੀਤੀ। ਇੱਥੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਜਦੋਂ ਗੁਰੂ ਸੇਵਾ ਵਿੱਚ ਜੁੜਨਾ ਨਸੀਬ ਹੋਇਆ, ਹਉਮੈ ਮੇਰਾ ਠਾਕ ਰਹਾਇਆ। ਠਾਕ ਮੈਨੇ ਰੋਕ, ਕੱਕੇ ਨੂੰ ਸਿਹਾਰੀ ਹੈ, ਰੋਕ ਕੇ ਗੁਰੂ ਸਾਹਿਬ ਜੀ ਨੇ ਮੇਰੇ ਹਉਮੈ ਨੂੰ ਰੋਕ ਲਾ ਦਿੱਤੀ। ਜਦੋਂ ਹਉਮੈ ਨੂੰ ਰੋਕ ਲੱਗ ਗਈ, ਹੰਕਾਰ ਹੁਣ ਅੰਦਰ ਆਉਂਦਾ ਨਹੀਂ ਹੈ, ਹਉਮੈ ਅੰਦਰ ਆਉਂਦੀ ਨਹੀਂ। ਗੁਰ ਸੇਵਾ ਤੇ ਸਦਾ ਸੁਖ ਪਾਇਆ। ਫਿਰ ਗੁਰੂ ਸਾਹਿਬ ਦੀ ਕਿਰਪਾ, ਸੇਵਾ ਦੇ ਸਦਕੇ ਇਹ ਅੰਦਰ ਸਦਾ ਦਾ ਸੁਖ ਪਾ ਲਿਆ। ਗੁਰ ਸਾਖੀ ਮਿਟਿਆ ਅੰਧਿਆਰਾ। ਗੁਰੂ ਸਾਖੀ ਦਾ ਅਰਥ ਹੁੰਦਾ ਸਿੱਖਿਆ। ਜਿਹੜੀ ਮੈਨੂੰ ਗੁਰੂ ਨੇ ਸਿੱਖਿਆ ਦਿੱਤੀ, ਜਿਹੜਾ ਗੁਰੂ ਨੇ ਮੈਨੂੰ ਉਪਦੇਸ਼ ਦਿੱਤਾ, ਜੋ ਗੁਰੂ ਨੇ ਮੈਨੂੰ ਸਮਝਾਇਆ, ਮੈਂ ਉਹਦੀ ਸਿੱਖਿਆ ਨੂੰ, ਉਪਦੇਸ਼ ਨੂੰ ਆਪਣੇ ਪੱਲੇ ਬੰਨ ਲਿਆ। ਤੇ ਗੁਰੂ ਦੀ ਸਿੱਖਿਆ ਦੇ ਮੁਤਾਬਕ ਜਦੋਂ ਮੈਂ ਤੁਰਨਾ ਕੀਤਾ, ਮੇਰੇ ਜੀਵਨ, ਮੇਰੇ ਰਾਹ ਵਿੱਚ ਜਿੰਨਾ ਅੰਧਕਾਰ ਸੀ, ਉਹ ਸਾਰੇ ਦਾ ਸਾਰਾ ਹੀ ਮਿਟ ਗਿਆ। ਪਹਿਲੇ ਗੁਰੂ ਸਾਹਿਬ ਮਹਾਰਾਜ ਨੇ ਆਖਿਆ ਸੀ, ਅਗਿਆਨੀ ਅੰਧਾ ਮੱਗ ਨਾ ਜਾਣੈ। ਪਰ ਹੁਣ ਜਦੋਂ ਗੁਰੂ ਦੀ ਮੱਤ ਲੈ ਕੇ ਅੰਦਰ ਗੁਰੂ ਸਾਹਿਬ ਜੀ ਦੀ ਸਿੱਖਿਆ ਲੈ ਕੇ ਤੁਰਿਆ, ਤੇ ਜਿੰਨਾ ਅਗਿਆਨਤਾ ਦਾ ਹਨੇਰਾ ਸੀ ਸਾਰਾ ਹੀ ਮਿਟ ਗਿਆ। ਤੇ ਸੁਭਾਵਕ ਹੈ, ਜਦੋਂ ਹਨੇਰਾ ਮਿਟੇਗਾ ਤੇ ਪ੍ਰਕਾਸ਼ ਹੋਏਗਾ, ਚਾਨਣ ਹੋਏਗਾ। ਤਾਂ ਹੀ ਤੇ ਰਹਾਉ ਵਾਲੀ ਪੰਕਤੀ ਵਿੱਚ ਆਖਿਆ ਸੀ, ਗੁਰਮਤੀ ਪ੍ਰਕਾਸ਼ ਹੋਆ ਜੀ। ਗੁਰੂ ਦੀ ਮੱਤ ਵਿੱਚ ਜਿਹੜਾ ਪ੍ਰਕਾਸ਼ ਹੋਇਆ ਨਾ, ਅਨ ਦਿਨ ਹਰ ਗੁਣ ਗਾਵਣਿਆ, ਉਹਦੇ ਵਿੱਚ ਹੁਣ ਦਿਨ ਰਾਤ ਮਾਲਕ ਦੇ ਗੁਣ ਗਾਏ ਜਾਂਦੇ ਆ। ਔਰ ਇਹ ਉਹ ਅੰਧਿਆਰਾ ਹੈ ਜਿਹੜਾ ਬਾਹਰ ਦੇ ਸੂਰਜ ਦੇ ਚਾਨਣ ਨਾਲ ਦੂਰ ਨਹੀਂ ਹੋਣਾ। ਇਹ ਉਹ ਅੰਧਿਆਰਾ ਹੈ ਜਿਹੜਾ ਬਾਹਰ ਦੇ ਹਜ਼ਾਰਾਂ ਲੱਖਾਂ ਦੀਵੇ ਬਾਲ ਕੇ ਵੀ ਅੰਦਰ ਚਾਨਣ ਨਹੀਂ ਹੋਣਾ। ਅਸੀਂ ਬਾਹਰੋਂ ਤਰੱਕੀਆਂ ਬਹੁਤ ਕਰ ਲਈਆਂ ਨੇ, ਸਾਡੇ ਕੋਲ ਬੜੀ ਤਰ੍ਹਾਂ ਦੀ ਐਸੀ ਜੁਗਤੀਆਂ ਨੇ ਕਿ ਅਸੀਂ ਹਨੇਰੇ ਨੂੰ ਚਾਨਣ ਵਿੱਚ ਬਦਲ ਸਕਦੇ ਹਾਂ, ਭਾਵ ਰਾਤ ਨੂੰ ਵੀ ਦਿਨ ਵਿੱਚ ਬਦਲ ਸਕਦੇ ਹਾਂ। ਪਰ ਸਾਡੇ ਕੋਲ ਕੋਈ ਐਸੀ ਜੁਗਤੀ, ਐਸਾ ਤਰੀਕਾ ਨਹੀਂ ਜਿਹਦੇ ਨਾਲ ਅਸੀਂ ਆਪਣੇ ਅੰਦਰ ਨੂੰ ਰੋਸ਼ਨ ਕਰ ਸਕੀਏ, ਆਪਣੇ ਅੰਦਰ ਚਾਨਣ ਕਰ ਸਕੀਏ। ਜੇ ਸੌ ਚੰਦਾ ਉਗ ਵਹਿ ਸੂਰਜ ਚੜ੍ਹੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਅੱਗੇ ਵੀ ਜ਼ਿਕਰ ਕੀਤਾ ਕਿ ਜਿਸ ਦਿਨ ਸਾਡੇ ਮਨਾਂ ਵਿੱਚ ਪ੍ਰਕਾਸ਼ ਹੋ ਜਾਏਗਾ, ਉਸ ਦਿਨ ਤੁਹਾਨੂੰ ਦਰਿਆਵਾਂ ਉੱਤੇ ਸਮੱਗਰੀਆਂ ਰੋੜਦਾ ਹੋਇਆ ਕੋਈ ਨਜ਼ਰ ਨਹੀਂ ਆਏਗਾ। ਇਹ ਉਹ ਲੋਕ ਨੇ ਜਿਨ੍ਹਾਂ ਦੇ ਅੰਦਰ ਹਨੇਰਾ ਹੈ ਤੇ ਬਾਹਰ ਸੂਰਜ ਦੇ ਚਾਨਣ ਦੇ ਵਿੱਚ ਦਰਿਆਵਾਂ ਦੇ ਕਿਨਾਰੇ ਤੇ ਖਲੋ ਕੇ ਤੇ ਸਮੱਗਰੀਆਂ ਰੋੜਦੇ ਹੋਏ ਨਜ਼ਰ ਆਉਣਗੇ। ਇਹ ਉਹ ਨੇ, ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਇਹਨਾਂ ਦੇ ਅੰਦਰ ਹਨੇਰਾ ਹੈ, ਇਹਨਾਂ ਦੇ ਅੰਦਰ ਅਗਿਆਨਤਾ ਦਾ ਹਨੇਰਾ ਹੈ, ਪਰ ਬਾਹਰ ਸੂਰਜ ਦੇ ਚਾਨਣ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੇ ਲੋਕ ਇਹੋ ਜਿਹੇ ਕਰਮ ਕਰਦੇ ਨਜ਼ਰ ਆ ਜਾਣਗੇ। ਇਸ ਲਈ ਮਹਾਰਾਜ ਨੇ ਕਿਹਾ
ਕਿ ਜਿਨੇ ਗੁਰੂ ਦਰ ਤੇ ਸੇਵਾ ਕੀਤੀ, ਗੁਰੂ ਸਾਹਿਬ ਨੇ ਉਹਦੇ ਤੇ ਕਿਰਪਾ ਕੀਤੀ, ਉਹਦੇ ਹਉਮੈ ਨੂੰ ਰੋਕ ਲਾ ਦਿੱਤੀ, ਉਹਦੇ ਹੰਕਾਰ ਨੂੰ ਰੋਕ ਲਾ ਦਿੱਤੀ। ਜਦੋਂ ਲਾਈ ਤੇ ਸਦਾ ਦਾ ਸੁੱਖ ਪਾਇਆ। ਕਿਵੇਂ ਪਾਇਆ? ਗੁਰ ਸਾਖੀ ਮਿਟਿਆ ਅੰਧਿਆਰਾ। ਗੁਰੂ ਦੀ ਸਿੱਖਿਆ ਲੈ ਕੇ ਜਦੋਂ ਤੁਰੇ, ਅੰਦਰ ਦਾ ਸਾਰਾ ਅੰਧਕਾਰ ਹਨੇਰਾ ਸਭ ਮਿਟ ਗਿਆ। ਤੇ ਅੰਧਕਾਰ ਮਿਟਦਿਆਂ ਸਾਰੀ ਬਜਰ ਕਪਾਟ ਖੁਲਾਵਣਿਆ। ਜਿਹੜੇ ਕਪਾਟ ਨਹੀਂ ਸੀ ਖੁੱਲਦੇ, ਬਜਰ ਮੈਨੇ ਬੜੇ ਔਖੇ ਨੇ। ਪਹਿਲੀ ਗੱਲ ਤੇ ਉਹ ਕਪਾਟ ਜਿਹੜੇ ਅੰਦਰ ਦੇ ਖੁੱਲ੍ਹਣੇ ਆ, ਉਹ ਤਾਂ ਦਿਸਦੇ ਹੀ ਕੋਈ ਨਹੀਂ ਸੀ, ਅੰਧਕਾਰ ਬੜਾ ਸੀ। ਪਰ ਜਦੋਂ ਗੁਰੂ ਸਾਹਿਬ ਨੇ ਗਿਆਨ ਦੀ ਰੋਸ਼ਨੀ ਕੀਤੀ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼, ਜਦੋਂ ਅੰਦਰੋਂ ਹਨੇਰਾ ਦੂਰ ਹੋਇਆ ਤੇ ਉਹ ਕਪਾਟ ਜਿਹੜੇ ਸੀ ਅੰਦਰ ਦੇ ਦਿਸੇ, ਜਿਹੜੇ ਬੜੇ ਔਖੇ ਸੀ ਖੋਲ੍ਹਣੇ, ਜਿਹੜੇ ਬਾਹਰ ਦੇ ਪੁੱਠਾ ਲਟਕ ਕੇ ਤਪ ਜਪ ਕਰਕੇ ਵਰਤ ਰੱਖ ਕੇ ਭੁੱਖੇ ਭਾਣੇ ਰਹਿ ਕੇ ਨਹੀਂ ਸੀ ਕਪਾਟ ਖੁੱਲ੍ਹਦੇ, ਉਹ ਗੁਰੂ ਸਾਹਿਬ ਜੀ ਦੀ ਕਿਰਪਾ ਹੋਈ। ਜਦੋਂ ਅੰਦਰ ਅਗਿਆਨਤਾ ਦਾ ਹਨੇਰਾ ਮਿਟਿਆ ਤੇ ਬਜਰ ਕਪਾਟ ਖੁਲਾਵਣਿਆ, ਅੰਦਰ ਦੀ ਸੋਝੀ ਹੋ ਗਈ, ਅੰਦਰ ਚਾਨਣ ਹੋ ਗਿਆ। ਜਦੋਂ ਹੀ ਅੰਦਰ ਚਾਨਣ ਹੋਇਆ ਤੇ ਗੁਰੂ ਕੋਲੋਂ ਅੰਦਰ ਦੇ ਸਾਰੇ ਕਪਾਟ ਜਿਹੜੇ ਸੀ ਉਹ ਖੁਲਵਾ ਲਏ, ਭਾਵ ਨਿਰੰਕਾਰ ਦੀ ਸੋਝੀ ਆ ਗਈ, ਅੰਦਰ ਜੀਵ ਆਤਮਾ ਦੀ ਸੋਝੀ ਆ ਗਈ। ਜਦੋਂ ਇਹ ਅੰਦਰ ਦੇ ਕਪਾਟ ਗੁਰੂ ਦੀ ਕਿਰਪਾ ਨਾਲ ਖੁੱਲਦੇ ਹਨ। ਹਉਮੈ ਮਾਰ ਮਨ ਵਸਾਇਆ, ਗੁਰ ਚਰਣੀ ਸਦਾ ਚਿਤ ਲਾਇਆ। ਗੁਰ ਕਿਰਪਾ ਤੇ ਮਨ ਤਨ ਨਿਰਮਲ, ਨਿਰਮਲ ਨਾਮ ਧਿਆਵਣਿਆ। ਹੁਣ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਇੱਕ ਗੱਲ ਸਮਝਾ ਦਿੱਤੀ ਕਿ ਗੁਰ ਸੇਵਾ ਤੇ ਸਦਾ ਸੁਖ ਪਾਇਆ, ਪੂਰੇ ਗੁਰੂ ਦੀ ਜਦੋਂ ਸਿੱਖਿਆ ਲੈ ਕੇ ਤੁਰੇ ਤੇ ਸੇਵਾ ਭਾਵ ਸਿਮਰਨ ਕਰਦਿਆਂ ਸਦਾ ਦਾ ਸੁਖ ਪਾ ਲਿਆ, ਔਰ ਜਿਹੜਾ ਅੰਧਕਾਰ ਸੀ ਉਹ ਅੰਦਰੋਂ ਮਿਟ ਗਿਆ, ਔਰ ਜਿਹੜੇ ਅੰਦਰ ਬਜਰ ਕਪਾਟ ਨਹੀਂ ਸੀ ਖੁੱਲ੍ਹਦੇ, ਉਹ ਵੀ ਕਹਿੰਦੇ ਅੰਦਰ ਦੇ ਕਿਵਾੜ ਜਿਹੜੇ ਸੀ ਖੁੱਲ੍ਹ ਗਏ। ਹੁਣ ਅੱਗੋਂ ਜਿਨ੍ਹਾਂ ਨੂੰ ਇਹ ਗੱਲ ਸਮਝ ਆਈ ਉਹ ਗੁਰੂ ਚਰਨਾਂ ਦੇ ਵਿੱਚ ਜੁੜੇ, ਤੇ ਸਭ ਕਹਿੰਦੇ ਜਿਨ੍ਹਾਂ ਨੂੰ ਸਮਝ ਆਈ ਤੇ ਜਿਹੜੇ ਗੁਰੂ ਚਰਨਾਂ ਵਿੱਚ ਆਏ, ਹਉਮੈ ਮਾਰ ਮਨ ਵਸਾਇਆ, ਉਹਨਾਂ ਦੇ ਹਉਮੈ ਨੂੰ ਮਾਰ ਕੇ ਰਾਰੇ ਨੂੰ ਸਿਹਾਰੀ ਤੇ ਮਨ ਦੇ ਨੰਨੇ ਨੂੰ ਸਿਹਾਰੀ ਮਨ ਵਿੱਚ, ਉਹਨਾਂ ਦੇ ਹਉਮੈ ਨੂੰ ਮਾਰ ਕੇ ਉਹਨਾਂ ਦੇ ਮਨ ਵਿੱਚ ਪਰਮੇਸ਼ਵਰ ਦਾ ਨਾਮ ਵਸਾ ਦਿੱਤਾ। ਕਿਨੇ ਵਸਾਇਆ? ਸਤਿਗੁਰ ਨੇ। ਜਿਸ ਸਤਿਗੁਰੂ ਤੋਂ ਹਉ ਵਾਰੀ ਜਿਉ ਵਾਰੀ ਸਤਿਗੁਰ ਕੈ ਬਲਹਾਰ ਨੇ, ਉਸ ਸਤਿਗੁਰੂ ਨੇ ਕੀ ਕੀਤਾ? ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਆਇਆ, ਗੁਰੂ ਸਾਹਿਬ ਨੇ ਉਹਦੇ ਅੰਦਰ ਦੇ ਹਉਮੈ ਨੂੰ ਮਾਰ ਕੇ ਉਹਦੇ ਮਨ ਦੇ ਵਿੱਚ ਸੱਚਾ ਨਾਮ ਵਸਾ ਦਿੱਤਾ। ਤੇ ਜਿਹਦੇ ਮਨ ਵਿੱਚ ਸੱਚਾ ਨਾਮ ਵਸਾ ਦਿੱਤਾ, ਗੁਰ ਚਰਨੀ ਸਦਾ ਚਿਤ ਲਾਇਆ, ਉਹਨੇ ਆਪਣਾ ਚਿੱਤ ਸਦਾ ਮੈਨੇ ਹਰ ਸਮੇਂ ਹਰ ਵੇਲੇ ਹਰ ਟਾਈਮ ਉਹਨੇ ਆਪਣਾ ਚਿੱਤ ਗੁਰੂ ਦੇ ਚਰਨੀ ਲਾ ਲਿਆ। ਹੁਣ ਉਹਦਾ ਚਿੱਤ ਗੁਰੂ ਦੇ ਚਰਨੀ ਲੱਗ ਗਿਆ, ਕਿਉਂਕਿ ਜਿਹੜੀ ਗੁਰੂ ਦਰ ਦੀ ਸੇਵਾ ਉਹ ਚਿੱਤ ਲਾ ਕੇ ਹੋਣੀ ਆ, ਉਹ ਭਾਵਨਾ ਦੇ ਨਾਲ ਹੋਣੀ ਆ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿੱਤ ਲਾਏ। ਹੁਣ ਚਿੱਤ ਲੱਗੇਗਾ ਗੁਰੂ ਚਰਨਾਂ ਵਿੱਚ ਤਾਂ ਹੀ ਸੇਵਾ ਹੋਏਗੀ ਨਾ। ਹੁਣ ਕਹਿ ਲਓ ਕਿ ਰਾਹ ਕਿੱਥੇ ਸੀ ਜਿੱਥੇ ਇਹ ਸਾਰੀ ਕਹਾਣੀ ਵਿਗੜੀ ਪਈ ਸੀ? ਉਹ ਕਹਾਣੀ ਸੀ ਹਉਮੈ ਕਰਕੇ ਵਿਗੜੀ। ਤੇ ਗੁਰੂ ਸਾਹਿਬ ਨੇ ਪਹਿਲਾਂ ਹਉਮੈ ਮਾਰ ਮਨ ਵਸਾਇਆ, ਹਉਮੈ ਨੂੰ ਮਾਰ ਕੇ ਮਨ ਵਿੱਚ ਸੱਚਾ ਨਾਮ ਵਸਾ ਦਿੱਤਾ। ਨਾਮ ਜਿਹੜਾ ਸੀ ਮਨ ਵਿੱਚ ਵਸਾਇਆ, ਉਸ ਨਾਮ ਦੇ ਵਸਦਿਆਂ ਹੀ ਗੁਰ ਚਰਨੀ ਸਦਾ ਚਿਤ ਲਾਇਆ।
ਜਿਹਦੇ ਹਉਮੈ ਨੂੰ ਮਾਰ ਕੇ ਮਨ ਦੇ ਵਿੱਚ ਸੱਚਾ ਨਾਮ ਵਸਾਇਆ, ਕਹਿੰਦੇ ਉਹਦਾ ਚਿੱਤ ਜਿਹੜਾ ਸੀ ਉਹ ਸਦਾ ਗੁਰੂ ਸਾਹਿਬ ਜੀ ਦੇ ਚਰਨੀ ਲੱਗ ਗਿਆ। ਤੇ ਜਿਹਦਾ ਚਿੱਤ ਗੁਰੂ ਦੇ ਚਰਨੀ ਲੱਗਾ, ਗੁਰ ਕਿਰਪਾ ਤੇ ਮਨ ਤਨ ਨਿਰਮਲ, ਨਿਰਮਲ ਨਾਮ ਧਿਆਵਣਿਆ। ਉਹਦੇ ਉੱਤੇ ਫਿਰ ਗੁਰੂ ਦੀ ਕਿਰਪਾ ਹੋਈ। ਤੇ ਜਦੋਂ ਗੁਰੂ ਸਾਹਿਬ ਜੀ ਦੀ ਕਿਰਪਾ ਹੋਈ, ਉਹ ਤਨ ਮਨ ਦੋਵੇਂ ਨਿਰਮਲ ਹੋ ਗਏ। ਪਹਿਲਾਂ ਹਾਲਤ ਕੀ ਸੀ? ਗੁਰੂ ਨੂੰ ਮਿਲਣ ਤੋਂ ਪਹਿਲਾਂ, ਗੁਰੂ ਸਾਹਿਬ ਜੀ ਦੇ ਦਰ ਤੇ ਆਉਣ ਤੋਂ ਪਹਿਲਾਂ ਦੀ ਹਾਲਤ ਕੀ ਸੀ? ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ। ਮਹਾਰਾਜ ਕਹਿੰਦੇ ਪਹਿਲਾਂ ਹਾਲਤ ਸੀ ਅੰਦਰੋਂ ਮੈਲਾ ਸੀ ਤੇ ਬਾਹਰੋਂ ਨਿਰਮਲ, ਮਲ ਤੋਂ ਰਹਿਤ। ਕਿਉਂਕਿ ਬਾਹਰ ਤਾਂ ਸਾਡੇ ਕੋਲ ਇੰਨੀ ਸਾਨੂੰ ਸੋਝੀ ਹੈ ਕਿ ਅਸੀਂ ਆਪਣੇ ਹੱਥਾਂ ਪੈਰਾਂ ਦੀ ਮਲ ਉਤਾਰ ਸਕਦੇ ਹਾਂ, ਅਸੀਂ ਆਪਣੇ ਚਮੜੀ ਦੀ ਮਲ ਉਤਾਰ ਸਕਦੇ ਹਾਂ, ਅਸੀਂ ਆਪਣੇ ਕੱਪੜਿਆਂ ਦੀ ਮਲ ਉਤਾਰ ਸਕਦੇ ਹਾਂ। ਪਰ ਸਾਡੇ ਕੋਲ ਇੰਨੀ ਪਾਵਰ ਨਹੀਂ ਕਿ ਅਸੀਂ ਆਪਣੀ ਮੱਤ ਤੇ ਲੱਗੀ ਹੋਈ ਵਿਕਾਰਾਂ ਦੀ ਮਲ ਨੂੰ ਉਤਾਰ ਸਕੀਏ। ਜਿਹੜੀ ਪਾਪ ਨਾਲ ਭਰੀ ਹੋਈ ਮੱਤ ਸੀ, ਉਹਦੇ ਵਿੱਚੋਂ ਪਾਪ ਦੀ ਮਲ ਨੂੰ ਧੋ ਸਕੀਏ, ਜਾਂ ਜਨਮਾਂ ਜਨਮਾਂ ਦੀ ਮਲ ਲੱਗੀ ਸੀ ਮਨ ਨੂੰ, ਇਹਨੂੰ ਧੋ ਸਕੀਏ, ਇਹ ਸਾਡੇ ਕੋਲ ਇੰਨੀ ਸਮਰੱਥਾ ਨਹੀਂ ਸੀ। ਉਹਦੇ ਵਾਸਤੇ ਸਾਨੂੰ ਗੁਰੂ ਸਾਹਿਬ ਦੇ ਦਰ ਤੇ ਆਉਣਾ ਹੀ ਪੈਣਾ ਸੀ। ਇਸ ਲਈ ਜਿਹੜੇ ਗੁਰੂ ਸਾਹਿਬ ਜੀ ਦੇ ਦਰ ਤੇ ਆਏ, ਤਾਂ ਹੀ ਤੇ ਮਹਾਰਾਜ ਨੇ ਕਿਹਾ ਸੀ ਕਿ ਤੂੰ ਆਇਆ ਤੇ ਹੈ, ਬਾਹਰੋਂ ਬੜਾ ਸਾਫ਼ ਸੁਥਰਾ ਬਣ ਕੇ ਆਇਆ, ਬਾਹਰੋਂ ਬੜਾ ਚਮਕ ਨਾਲ ਆਇਆ, ਬਾਹਰੋਂ ਬੜਾ ਧਰਮੀ ਬਣ ਕੇ ਆਇਆ, ਪਰ ਤੇਰੇ ਅੰਦਰ ਦੀ ਹਾਲਤ ਤਾਂ ਕਹਿੰਦੀ ਆ ਕਿ ਤੇਰੇ ਅੰਦਰ ਧਰਮ ਵਾਲਾ ਤੇ ਇੱਕ ਵੀ ਗੁਣ ਨਹੀਂ। ਤੇਰੀ ਹਾਲਤ ਤਾਂ ਉਸ ਕਹਿਣ ਦੇ ਭਾਂਡੇ ਦੀ ਤਰ੍ਹਾਂ ਜਿਹੜਾ ਬਾਹਰੋਂ ਤਾਂ ਚਮਕ ਗਿਆ ਪਰ ਅੰਦਰ ਕਾਲਖ ਦੇ ਨਾਲ ਹੀ ਭਰਿਆ ਰਹਿ ਗਿਆ। ਸਭ ਕਹਿੰਦੇ ਆ ਮੈਂ ਤੇਰੇ ਅੰਦਰ ਵੀ ਪਵਿੱਤਰਤਾ ਬਣਾ ਦੇਵਾਂ। ਅਸੀਂ ਬਾਹਰੋਂ ਚੌਂਕਾ ਸਵਾਰ ਲਿਆ, ਅਸੀਂ ਬਾਹਰੋਂ ਆਪਣਾ ਰਹਿਣ ਸਹਿਣ ਸਵਾਰ ਲਿਆ, ਪਰ ਆਪਣੇ ਅੰਦਰ ਨੂੰ ਨਾ ਸਵਾਰ ਸਕੇ। ਇਸ ਲਈ ਮਹਾਰਾਜ ਕਹਿੰਦੇ ਆ ਤੈਨੂੰ ਅੰਦਰੋਂ ਬਾਹਰੋਂ ਨਿਰਮਲ ਕਰਨਾ, ਤਾਂ ਕਿ ਤੂੰ ਜੀਓ ਨਿਰਮਲ ਬਾਹਰੋਂ ਨਿਰਮਲ ਹੋ ਜਾਏ। ਜਿਹੜੇ ਗੁਰੂ ਦੇ ਦਰ ਤੇ ਫਿਰ ਆਏ, ਗੁਰ ਕਿਰਪਾ ਤੇ ਮਨ ਤਨ ਨਿਰਮਲ, ਉਹ ਮਨ ਵੀ ਉਹਨਾਂ ਦਾ ਪਵਿੱਤਰ ਤੇ ਉਹ ਤਨ ਕਰਕੇ ਵੀ ਪਵਿੱਤਰ। ਹੁਣ ਇੱਥੇ ਸਮਝਣਾ ਪੈਣਾ ਹੈ ਵੀ ਤਨ ਕਰਕੇ ਤਾਂ ਨਿਰਮਲ ਅਸੀਂ ਹਾਂ। ਸਭ ਕਹਿੰਦੇ ਤੂੰ ਸਰੀਰ ਕਰਕੇ, ਕੱਪੜਿਆਂ ਕਰਕੇ ਤੂੰ ਸਾਫ਼ ਸੁਥਰਾ ਹੋ ਸਕਦਾ ਹੈ, ਪਰ ਤੇਰੀ ਜ਼ੁਬਾਨ ਸਾਫ਼ ਨਹੀਂ। ਤੇਰੀਆਂ ਅੱਖਾਂ ਦੇ ਵਿੱਚ ਵਿਕਾਰਾਂ ਦੀ ਗੰਦਗੀ ਹੈ, ਤੇਰੇ ਕੰਨਾਂ ਦੇ ਵਿੱਚ ਵੀ ਵਿਕਾਰਾਂ ਦੀ ਗੰਦਗੀ ਹੈ। ਤੂੰ ਹਜੇ ਤਨ ਕਰਕੇ ਵੀ ਨਿਰਮਲ ਨਹੀਂ ਹੋਇਆ, ਤੇਰੀਆਂ ਅੱਖਾਂ ਦੇ ਵਿੱਚ ਵੀ ਮਲੀਨਤਾ ਭਰੀ ਪਈ ਹੈ, ਤੇਰੇ ਕੰਨਾਂ ਵਿੱਚ ਵੀ ਮਲੀਨਤਾ ਭਰੀ ਪਈ ਹੈ, ਤੇਰੀ ਰਸਨਾ ਤੇਰੀ ਜ਼ੁਬਾਨ ਤੇ ਵੀ ਮਲੀਨਤਾ ਭਰੀ ਪਈ ਹੈ। ਸਭ ਕਹਿੰਦੇ ਆ ਇਸ ਦਰ ਤੇ ਆ ਕੇ ਜੁੜ, ਜਦੋਂ ਗੁਰੂ ਦੀ ਕਿਰਪਾ ਵਰਤੇਗੀ ਮਨ ਦੇ ਨਾਲ ਨਾਲ ਤੇਰਾ ਤਨ ਵੀ ਨਿਰਮਲ ਹੋ ਜਾਏਗਾ। ਭਾਵ ਤੇਰੀਆਂ ਅੱਖਾਂ ਦੇ ਵਿੱਚ ਜਿਹੜੀ ਮਲੀਨਤਾ ਉਹ ਨਿਕਲ ਜਾਏਗੀ, ਤੇਰੇ ਕੰਨਾਂ ਦੇ ਵਿੱਚ ਜਿਹੜੀ ਗੰਦਗੀ ਹੈ ਉਹ ਨਿਕਲ ਜਾਏਗੀ, ਤੇਰੀ ਜ਼ੁਬਾਨ ਤੇ ਜੋ ਮਨ ਕਰਕੇ ਗੰਦਗੀ, ਜਿਹੜੇ ਭੈੜੇ ਮਾੜੇ ਬੋਲ ਨਿਕਲਦੇ ਸੀ, ਉਹ ਸਾਰੇ ਦੇ ਸਾਰੇ ਹੀ ਖਤਮ ਹੋ ਜਾਣਗੇ ਜਦੋਂ ਗੁਰੂ ਦੀ ਕਿਰਪਾ ਦਾ ਤੂੰ ਪਾਤਰ ਬਣੇਗਾ। ਗੁਰ ਕਿਰਪਾ ਤੇ ਮਨ ਤਨ ਨਿਰਮਲ, ਤੇ ਜਦੋਂ ਮਨ ਤਨ ਨਿਰਮਲ ਹੋਇਆ, ਨਿਰਮਲ ਨਾਮ ਧਿਆਵਣਿਆ, ਉਦੋਂ ਫਿਰ ਇਹ ਪਵਿੱਤਰ ਨਾਮ ਧਿਆਉਣਾ ਸ਼ੁਰੂ ਕੀਤਾ। ਹਜੇ ਤੇ ਅਸੀਂ ਆਪਣੇ ਆਪਣੇ ਤਰੀਕੇ ਦੇ ਨਾਲ ਪਵਿੱਤਰ ਨਾਮ ਦਾ ਜਾਪ ਕਰ ਰਹੇ ਹਾਂ। ਅੱਗੇ ਵੀ ਬੇਨਤੀ ਕੀਤੀ, ਬੜੇ ਐਸੇ ਪ੍ਰਾਣੀ ਮਿਲਦੇ ਆ ਜਿਨ੍ਹਾਂ ਦੀ ਉਮਰ ਲੰਘ ਚੱਲੀ ਆ ਨਿਤਨੇਮ ਕਰਦੇ ਆ, ਜਿਨ੍ਹਾਂ ਦੀ ਸਾਰੀ ਉਮਰ ਲੰਘ ਚੱਲੀ ਆ ਬਾਣੀ ਦਾ ਅਭਿਆਸ ਕਰਦੇ ਆ, ਪਰ ਜਦੋਂ ਉਹਨਾਂ ਦੇ ਜੀਵਨ ਅੰਦਰ ਝਾਤੀ ਮਾਰੀ ਦੀ ਆ ਤੇ ਅੰਦਰ ਉਹ ਕਹਿਣ ਦੇ ਭਾਂਡੇ ਦੀ ਤਰ੍ਹਾਂ ਕਾਲਖ ਨਾਲ ਹੀ ਭਰੇ ਪਏ ਆ।
ਮਾਰੇ ਕਹਿੰਦੇ ਉਜਲ ਕਹਿਹਾ ਚਿਲਕਣਾ ਘੋਟਮ ਕਾਲੜੀ ਮਸ। ਕਹਿਣ ਦਾ ਭਾਂਡਾ ਦੇਖਣ ਨੂੰ ਚੰਗਾ ਲੱਗਦਾ ਹੈ, ਪਰ ਘੋਟਮ ਜਦੋਂ ਉਹਨੂੰ ਤੁਸੀਂ ਰਗੜੋਗੇ, ਜਦੋਂ ਤੁਸੀਂ ਉਹਨੂੰ ਰਗੜੋਗੇ ਫਿਰ ਚੋਂ ਕੀ ਨਿਕਲੇਗੀ? ਉਹ ਕਾਲਖ ਨਿਕਲੇਗੀ। ਸਿਆਣੇ ਬਜ਼ੁਰਗ ਕਹਿੰਦੇ ਆ ਨਾ ਵੀ ਵਾਹ ਪਏ ਜਾਣੀ ਹੈ ਜਾਂ ਰਾਹ ਪਏ ਜਾਣੀ ਹੈ। ਜਦੋਂ ਆਪਾਂ ਕਿਸੇ ਰਾਹ ਪਵਾਂਗੇ ਤਾਂ ਹੀ ਪਤਾ ਲੱਗਣਾ ਇਹ ਰਾਹ ਕਿੱਧਰ ਜਾਂਦਾ ਹੈ। ਘਰ ਬੈਠਿਆਂ ਨਹੀਂ ਪਤਾ ਲੱਗਣਾ ਵੀ ਇਹ ਰਾਹ ਕਿਸ ਪਾਸੇ ਜਾਂਦਾ ਹੈ। ਉਸ ਰਾਹ ਤੇ ਪਵਾਂਗੇ ਤਾਂ ਰਾਹ ਦਾ ਪਤਾ ਲੱਗਣਾ ਹੈ। ਵਾਹ ਕਿਸੇ ਦੇ ਨਾਲ ਵਾਹ ਪਏਗਾ ਫਿਰ ਪਤਾ ਲੱਗਣਾ ਵੀ ਇਹਦੇ ਅੰਦਰ ਕੀ ਹੈ, ਇਹ ਕੈਸੀ ਸੋਚ ਦਾ ਮਾਲਕ ਹੈ। ਜਦੋਂ ਤੱਕ ਕਿਸੇ ਬੰਦੇ ਨਾਲ ਵਾਹ ਨਹੀਂ ਨਾ ਪੈਂਦਾ ਅਸੀਂ ਉਹਦੇ ਜੀਵਨ ਬਾਰੇ ਨਹੀਂ ਦੱਸ ਸਕਦੇ ਵੀ ਇਹਦਾ ਜੀਵਨ ਕਿੱਦਾਂ ਦਾ ਹੈ, ਇਹਦਾ ਆਚਰਣ, ਇਹਦੀ ਸੋਚ ਕਿੱਦਾਂ ਦੀ ਹੈ। ਜਦੋਂ ਕਿਸੇ ਬੰਦੇ ਨਾਲ ਵਾਹ ਪਿਆ ਫਿਰ ਪਤਾ ਲੱਗਾ ਵੀ ਇਹ ਤੇ ਆਹ ਸੋਚ ਦਾ ਮਾਲਕ ਹੈ। ਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਆ ਜਿੰਨਾ ਚਿਰ ਤੇਰਾ ਮਨ ਮੈਲਾ ਹੈ ਨਾ, ਮਨ ਮੈਲੇ ਤਾਂ ਸਭ ਕੁਛ ਮੈਲਾ। ਜੇ ਤੇਰਾ ਮਨ ਅੰਦਰ ਮੈਲਾ ਹੈ ਨਾ ਤੇ ਤੇਰੀ ਇੰਦਰੀਆਂ ਵੀ ਮੈਲੀਆਂ ਨੇ, ਤੇਰੇ ਕਰਮ ਇੰਦਰੇ, ਗਿਆਨ ਇੰਦਰੇ ਮੈਲੇ ਨੇ, ਤੇਰੀਆਂ ਅੱਖਾਂ, ਤੇਰੇ ਕੰਨ, ਤੇਰੀ ਜ਼ੁਬਾਨ ਵੀ ਮੈਲੀ ਹੈ। ਫਿਰ ਤੂੰ ਬਾਹਰੋਂ ਜਿੰਨਾ ਮਰਜ਼ੀ ਧਰਮੀ ਬਣ ਕੇ ਬੈਠ, ਅੰਦਰ ਤੇਰਾ ਭਾਂਡਾ ਮਲੀਨਤਾ ਨਾਲ, ਭਾਂਡਾ ਅਤ ਮਲੀਨ, ਅਤ ਦਾ ਮਲੀਨ ਹੋਇਆ ਪਿਆ। ਪਰ ਜਦੋਂ ਗੁਰੂ ਸਾਹਿਬ ਨੇ ਜਿਹਦੇ ਉੱਤੇ ਕਿਰਪਾ ਕੀਤੀ ਉਹਦਾ ਮਨ ਤੇ ਤਨ ਨਿਰਮਲ ਕੀਤਾ, ਪਵਿੱਤਰ, ਤੇ ਜਿਹਦਾ ਮਨ ਪਵਿੱਤਰ ਹੋਇਆ, ਨਿਰਮਲ ਨਾਮ ਧਿਆਵਣਿਆ, ਉਹ ਫਿਰ ਅਸਲ ਵਿੱਚ ਪਵਿੱਤਰ ਨਾਮ ਨੂੰ ਧਿਆਉਣ ਦੇ ਯੋਗ ਹੁੰਦਾ ਹੈ। ਉਹ ਅਸਲ ਵਿੱਚ ਨਾਮ ਨੂੰ ਧਿਆਉਂਦਾ ਹੈ। ਉਹ ਫਿਰ ਫਾਰਮੈਲਿਟੀ ਨਹੀਂ ਕਰਦਾ, ਉਹ ਫਿਰ ਦਿਖਾਵਾ ਨਹੀਂ ਕਰਦਾ, ਉਹ ਫਿਰ ਆਪਣੇ ਹਿਰਦੇ ਵਿੱਚੋਂ ਪਰਮੇਸ਼ਵਰ ਦੇ ਨਾਮ ਨੂੰ ਧਿਆਉਂਦਾ ਹੈ। ਇਹ ਵੀ ਇੱਕ ਦਿਨ ਬੇਨਤੀ ਕੀਤੀ ਸੀ ਕਿ ਗੁਣ ਗਾਉਣੇ, ਜਪਣਾ, ਧਿਆਉਣਾ, ਆਰਾਧਨਾ ਇਹ ਵੱਖਰੇ ਵੱਖਰੀ ਅਵਸਥਾ ਹੈ। ਹਜੇ ਤਾਂ ਦਿਨ ਰਾਤ ਮਾਲਕ ਦੇ ਗੁਣ ਗਾਉਣ ਦੀ ਪਹਿਲਾਂ ਜਾਚ ਸਿੱਖਣੀ ਹੈ। ਜਦੋਂ ਦਿਨ ਰਾਤ ਮਾਲਕ ਦੇ ਗੁਣ ਗਾਉਣ ਦੀ ਜਾਚ ਸਿੱਖਾਂਗੇ ਫਿਰ ਜਾ ਕੇ ਕਿਤੇ ਧਿਆਉਣਾ ਸ਼ੁਰੂ ਹੋਣਾ ਹੈ। ਸਭ ਤੋਂ ਪਹਿਲਾਂ ਇਹ ਨਹੀਂ ਕਿ ਪਹਿਲੇ ਦਿਨ ਹੀ ਬੱਚੇ ਨੂੰ 4 ਅੱਖਰ ਜੋੜ ਕੇ ਜਾਂ 2 ਅੱਖਰ ਹੀ ਜੋੜ ਕੇ, ਘੱਗਾ ਰਾਰਾ ਘਰ 2 ਅੱਖਰ ਜੋੜ ਕੇ ਥੋੜੀ ਪਹਿਲਾਂ ਬੱਚੇ ਨੂੰ ਪਹਿਲੇ ਦਿਨ ਹੀ ਪੜ੍ਹਾ ਦਿੱਤਾ ਜਾਂਦਾ ਹੈ ਕਿ ਤੂੰ ਆ ਪੜ੍ਹ ਘਰ। ਨਹੀਂ, ਪਹਿਲਾਂ ਉਸ ਬੱਚੇ ਨੂੰ ਘੱਗੇ ਬਾਰੇ ਗਿਆਨ ਦਿੱਤਾ ਜਾਂਦਾ ਵੀ ਆਹ ਅੱਖਰ ਘੱਗਾ ਹੈ। ਫਿਰ ਉਹਨੂੰ ਦੂਸਰੇ ਅੱਖਰ ਦੀ ਸੋਝੀ ਕਰਾਈ ਜਾਂਦੀ ਹੈ, ਇਹ ਰਾਰਾ ਹੈ। ਜਦੋਂ ਦੋਵੇਂ ਅੱਖਰਾਂ ਦੀ ਸੋਝੀ ਆ ਜਾਏ ਫਿਰ ਅਗਲੇ ਵਾਰ ਉਹਨੂੰ ਦੱਸਿਆ ਜਾਂਦਾ ਵੀ ਇਹਨੂੰ ਜੋੜ ਕੇ ਪੜ੍ਹ ਤੇ ਘਰ ਘਰ ਬਣ ਜਾਂਦਾ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਪਹਿਲਾਂ ਗੁਣ ਗਾਉਣ ਦੀ ਜਾਚ ਤਾਂ ਸਿੱਖ ਲਈਏ, ਪਹਿਲਾਂ ਸਾਡਾ ਮਨ ਦਿਨ ਰਾਤ ਉਹਦੇ ਗੁਣ ਗਾਉਣ ਜੋਗਾ ਤੇ ਹੋ ਜਾਵੇ। ਇਸੇ ਲਈ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ, ਸਾਹਿਬ ਕਹਿੰਦੇ ਜਿਹਨੇ ਗੁਰੂ ਦੇ ਦਰ ਤੇ ਆ ਕੇ ਅਗਿਆਨਤਾ ਦਾ ਹਨੇਰਾ ਜਿਹੜਾ ਸੀ ਉਹ ਮਿਟਾ ਲਿਆ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਹੋਈ, ਉਹਨਾਂ ਨੇ ਫਿਰ ਦਿਨ ਰਾਤ ਵਾਹਿਗੁਰੂ ਦੇ ਗੁਣ ਗਾਏ ਆ। ਗੁਰਮਤੀ ਪ੍ਰਗਾਸ ਹੋਆ ਜੀ ਅਨ ਦਿਨ ਹਰ ਗੁਣ ਗਾਵਣਿਆ। ਹੁਣ ਜਦੋਂ ਅਨ ਦਿਨ ਅੰਦਰ ਗੁਣ ਗਾਉਣੇ ਸ਼ੁਰੂ ਕੀਤੇ ਤਾਂ ਮਹਾਰਾਜ ਕਹਿੰਦੇ ਫਿਰ ਗੁਰ ਕਿਰਪਾ ਤੇ ਮਨ ਤਨ ਨਿਰਮਲ, ਨਿਰਮਲ ਨਾਮ ਧਿਆਵਣਿਆ। ਫਿਰ ਇਸ ਪਵਿੱਤਰ ਨਾਮ ਨੂੰ ਜਦੋਂ ਧਿਆਇਆ, ਉਹ ਜਿਹੜਾ ਧਿਆਉਣਾ ਸੀ ਨਾ ਉਹਨੇ ਅੰਦਰੋਂ ਬਾਹਰੋਂ ਪਵਿੱਤਰ ਕਰ ਦਿੱਤਾ। ਪਵਿੱਤਰ 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 ਪੁਨੀਤ। ਫਿਰ ਜਾ ਕੇ ਕਹਿੰਦੇ ਨੇ ਅੰਦਰ ਪੁਨੀਤ ਵਾਲੀ ਅਵਸਥਾ ਜਿਹੜੀ ਹੈ ਉਹ ਬਣਦੀ ਹੈ, ਜਿਹਦੇ ਉੱਤੇ ਵਾਹਿਗੁਰੂ ਗੁਰੂ ਸਾਹਿਬ ਆਪਣੀ ਕਿਰਪਾ ਕਰਦੇ ਹਨ। ਜੀਵਨ ਮਰਨਾ ਸਭ ਤੁਧੈ ਤਾਈ, ਜਿਸ ਬਖਸ਼ੇ ਤਿਸ ਦੇ ਵਡਿਆਈ। ਨਾਨਕ ਨਾਮ ਧਿਆਏ ਸਦਾ ਤੂੰ, ਜੰਮਣ ਮਰਨ ਸਵਾਰਣਿਆ।
ਹੁਣ ਜਿਹਨੇ ਪਹਿਲਾਂ ਗੁਰੂ ਕਿਰਪਾ ਦੇ ਨਾਲ ਗੁਣ ਗਾਉਣੇ ਸ਼ੁਰੂ ਕੀਤੇ, ਫਿਰ ਉਹਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਮਿਟਿਆ। ਫਿਰ ਇੱਕ ਦਿਨ ਐਸੀ ਕਿਰਪਾ ਹੋ ਗਈ ਕਿ ਪਵਿੱਤਰ ਨਾਮ ਧਿਆਉਣ ਦੇ ਯੋਗ ਹੋ ਗਿਆ। ਜਦੋਂ ਹੀ ਅੰਦਰ ਕਹਿੰਦੇ ਨੇ ਗੁਣ ਗਾਉਂਦਿਆਂ ਗਾਉਂਦਿਆਂ ਧਿਆਉਣਾ ਸ਼ੁਰੂ ਕਰ ਦਿੱਤਾ, ਹੁਣ ਆਪਣੀ ਮਰਜ਼ੀ ਨਹੀਂ ਚੱਲਦੀ, ਹੁਣ ਆਪਣੇ ਤੇ ਮਾਣ ਨਹੀਂ ਹੈ, ਹੁਣ ਉਸ ਮਾਲਕ ਦੀ ਖੇਡ ਸਮਝ ਆਉਣੀ ਸ਼ੁਰੂ ਹੋ ਗਈ। ਹੁਣ ਉਹਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਸ਼ੁਰੂ ਕੀਤਾ, ਹੁਣ ਉਹਦੇ ਭਾਣੇ ਦੇ ਵਿੱਚ ਤੁਰਨਾ ਸ਼ੁਰੂ ਕੀਤਾ। ਤੇ ਜਦੋਂ ਉਹਦੇ ਹੁਕਮ ਵਿੱਚ ਭਾਣੇ 'ਚ ਤੁਰਨਾ ਸ਼ੁਰੂ ਕੀਤਾ, ਫਿਰ ਪਤਾ ਲੱਗਾ ਜੀਵਨ ਮਰਨਾ ਸਭ ਤੁਧ ਹੈ ਤਾਈ। ਵਾਹਿਗੁਰੂ ਜੀ, ਇਹ ਜੀਵਨ, ਇਹ ਮਰਨਾ, ਇਹ ਸਭ ਤੇਰੇ ਰਾਹੀਂ ਹੈ। ਜਨਮ ਵੀ ਤੁਹਾਡੇ ਰਾਹੀਂ ਹੈ ਤੇ ਮਰਨਾ, ਮੌਤ ਵੀ ਤੁਹਾਡੇ ਰਾਹੀਂ ਹੈ। ਜਨਮ ਵੀ ਤੁਹਾਡੇ ਹੁਕਮ ਵਿੱਚ ਹੈ ਤੇ ਮੌਤ ਵੀ ਤੁਹਾਡੇ ਹੁਕਮ 'ਚ ਹੈ। ਤਾਂ ਹੀ ਤੇ ਆਖਿਆ ਸੀ ਵੀ ਚਿੰਤਾ ਨਾ ਜਨਮ ਦੀ ਕਰ ਤੇ ਨਾ ਮੌਤ ਦੀ ਕਰ। ਇਹ ਤਾਂ ਸਮਾਂ ਪਾ ਕੇ ਉਹਦੇ ਹੁਕਮ ਵਿੱਚ ਜਨਮ ਵੀ ਹੋਣਾ ਤੇ ਸਮਾਂ ਪਾ ਕੇ ਮੌਤ ਵੀ ਹੋਣੀ ਹੈ। ਸਾਡੇ ਸਾਹਮਣੇ ਆਏ ਦਿਨ ਕੋਈ ਨਾ ਕੋਈ ਐਸੀ ਖੇਡ ਵਰਤਦੀ ਹੈ। ਬੰਦਾ ਕਹਿੰਦਾ ਵੀ ਮੇਰੇ ਕੋਲ ਇੰਨੀ ਸਿਕਿਉਰਿਟੀ ਹੈ, ਇੰਨੀ ਸਿਕਿਉਰਿਟੀ ਕਿ ਕੋਈ ਮੈਨੂੰ ਛੂ ਵੀ ਨਹੀਂ ਸਕਦਾ, ਕੋਈ ਮੈਨੂੰ ਟੱਚ ਵੀ ਨਹੀਂ ਕਰ ਸਕਦਾ। ਪਰ ਧਿਆਨ ਰੱਖਿਓ, ਜਿੱਦਨ ਮਾਲਕ ਦੇ ਹੁਕਮ ਵਿੱਚ ਮਲਕਲ ਮੌਤ ਨੇ ਆਉਣਾ ਨਾ, ਤਾਂ ਸਭ ਕੁਝ ਇੱਥੇ ਧਰਿਆ ਧਰਿਆਇਆ ਹੀ ਰਹਿ ਜਾਂਦਾ ਹੈ, ਕੋਈ ਇਹਦੇ ਵਿੱਚ ਸ਼ੱਕ ਨਹੀਂ। ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਭੰਨ। ਦਰਵਾਜ਼ੇ ਮੈਨੇ ਉਹ ਸਾਰੀ ਸਿਕਿਉਰਿਟੀ ਇੱਕ ਪਾਸੇ ਰਹਿ ਜਾਂਦੀ ਹੈ, ਉਹ ਇੱਕ ਬਹਾਨਾ ਬਣ ਜਾਂਦਾ ਹੈ, ਉਹ ਇੱਕ ਵਿਧ ਬਣ ਜਾਂਦੀ ਹੈ। ਕਿਉਂਕਿ ਜਨਮ ਵੀ ਉਹਦੇ ਹੱਥ 'ਚ ਹੈ, ਮੌਤ ਵੀ ਉਹਦੇ ਹੱਥ ਵਿੱਚ ਹੈ। ਮਾਰੈ ਰਾਖੈ, ਉਹ ਮਾਰਨ ਵਾਲਾ ਵੀ ਆਪ ਹੈ, ਰੱਖਣ ਵਾਲਾ ਵੀ ਆਪ ਹੈ। ਇਸ ਲਈ ਸਭ ਕਹਿੰਦੇ ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਭੰਨ। ਸਾਰੇ ਦੇ ਸਾਰੇ ਦਰਵਾਜ਼ੇ ਆਪੇ ਹੀ ਖੁੱਲ ਜਾਂਦੇ ਆ। ਉੱਥੇ ਫਿਰ ਕੋਈ ਵੀ, ਕਈ ਵਾਰ ਅਸੀਂ ਕਹਿੰਦੇ ਹਾਂ ਅਸੀਂ ਬੁਲਟ ਪ੍ਰੂਫ ਜੈਕਟ ਜਿਹੜੀ ਆ ਉਹ ਪਾਈ ਹੈ ਤੇ ਮੈਨੂੰ ਤਾਂ ਕੋਈ ਛੂ ਵੀ ਨਹੀਂ ਸਕਦਾ, ਪਰ ਜਿੱਦਨ ਮਲਕਲ ਮੌਤ ਆਉਂਦੀ ਹੈ ਤੇ ਉਹ ਵੀ ਕੰਮ ਨਹੀਂ ਕਰਦੀ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਮਣੇ ਪੈਂਡੇ ਖਾਂ ਖਲੋ ਗਿਆ, ਧਿਆਨ ਰੱਖਿਓ, ਇੱਕ ਪੈਂਦੇ ਖਾਂ ਹੈ ਤੇ ਇੱਕ ਪੈਂਡੇ ਖਾਂ, ਦੱਦਾ ਤੇ ਡੱਡਾ। ਕਈ ਪੁੱਛਦੇ ਆ ਵੀ ਪੈਂਦੇ ਖਾਂ ਤਾਂ ਗੁਰੂ ਹਰਗੋਬਿੰਦ ਸਾਹਿਬ ਵੇਲੇ ਹੋਇਆ ਤੇ ਇਹ ਗੁਰੂ ਗੋਬਿੰਦ ਸਿੰਘ ਜੀ ਵੇਲੇ ਕਿਹੜਾ ਹੋਇਆ? ਅਸਲ ਦੇ ਵਿੱਚ ਨਾਮਾਂ ਵਿੱਚ ਫਰਕ ਹੈ, ਇੱਕ ਨੂੰ ਦੱਦਾ ਲੱਗਦਾ, ਇੱਕ ਨੂੰ ਡੱਡਾ ਲੱਗਦਾ। ਪੈਂਦੇ ਤੇ ਪੈਂਡੇ। ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਖਲੋ ਕੇ ਕਵਚ ਪਾ ਕੇ ਆਇਆ, ਪੂਰੀ ਸਿਕਿਉਰਿਟੀ ਦੇ ਨਾਲ ਆਇਆ ਤੇ ਕਹਿੰਦਾ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਮੈਨੂੰ ਕਿਵੇਂ ਮਾਰੋਗੇ? ਤੁਸੀਂ ਮੈਨੂੰ ਮਾਰ ਹੀ ਨਹੀਂ ਸਕਦੇ, ਮੈਨੂੰ ਮੌਤ ਆ ਹੀ ਨਹੀਂ ਸਕਦੀ। ਕਿਉਂ? ਕਿਉਂਕਿ ਮੈਂ ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੀ ਤਲੀ ਤੱਕ ਪੂਰੇ ਦਾ ਪੂਰਾ ਕਵਚ ਵਿੱਚ ਲਿਪਟਿਆ ਹੋਇਆ, ਤੇ ਤੁਸੀਂ ਮੈਨੂੰ ਮਾਰ ਹੀ ਨਹੀਂ ਸਕਦੇ, ਮੌਤ ਆ ਹੀ ਨਹੀਂ ਸਕਦੀ। ਮੈਨੂੰ ਪਤਾ ਹੀ ਉਦੋਂ ਲੱਗਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਕਮਾਨ ਤੇ ਤੀਰ ਲਾਇਆ ਤੇ ਜਦੋਂ ਚਲਾਇਆ ਤੇ ਉਹਦੇ ਕੰਨ ਤੋਂ ਆਰ ਪਾਰ ਕਰ ਦਿੱਤਾ। ਜਿਹੜਾ ਕਹਿੰਦਾ ਸੀ ਕਿ ਮੈਂ ਸਿਰ ਤੋਂ ਲੈ ਕੇ ਪੈਰ ਤੱਕ ਪੂਰੇ ਕਵਚ ਨਾਲ ਲਿਪਟਿਆ ਹੋਇਆ ਤੇ ਤੁਸੀਂ ਮੈਨੂੰ ਮਾਰ ਨਹੀਂ ਸਕਦੇ, ਪਤਾ ਹੀ ਨਹੀਂ ਲੱਗਾ। ਅੱਖ ਝਮਕਦਿਆਂ ਸਾਰ ਕੰਨ ਤੋਂ ਤੀਰ ਆਰ ਪਾਰ ਹੋਇਆ ਤੇ ਜਿਹੜਾ ਹਉਮੈ ਦੀ ਬੋਲੀ ਬੋਲਦਾ ਸੀ ਉਹ ਆ ਕੇ ਜ਼ਮੀਨ ਤੇ ਲਿਟਿਆ ਪਿਆ। ਇਸ ਲਈ ਸਾਹਿਬ ਕਹਿੰਦੇ ਆ, ਇਹ ਉਹਨੂੰ ਸਮਝ ਆਉਣੀ ਹੈ ਕਿ ਜਨਮ ਵੀ ਉਹਦੇ ਹੱਥ ਵਿੱਚ ਹੈ ਤੇ ਮੌਤ ਵੀ ਉਹਦੇ ਹੱਥ 'ਚ ਹੈ। ਉਹਦੇ ਹੁਕਮ ਵਿੱਚ ਹੀ ਜੰਮਣਾ ਹੈ, ਉਹਦੇ ਹੁਕਮ ਦੇ ਵਿੱਚ ਹੀ ਮਰਨਾ ਹੈ। ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਕੱਲਿਆ ਵੀ ਉਹਨੇ ਹੈ, ਸੱਦਣਾ ਵੀ ਉਹਨੇ ਹੈ। ਅਸੀਂ ਇਸ ਪਾਸੇ ਨੂੰ ਚਿੰਤਾ ਨਾ ਕਰੀਏ, ਚਿੰਤਾ ਇਸ ਪਾਸੇ ਕਰੀਏ ਕਿ ਜਿਹੜਾ ਉਹਨੇ ਘੱਲਿਆ ਹੈ
ਤੇ ਜਦੋਂ ਉਹਨੇ ਮੈਨੂੰ ਸੱਦਾ ਭੇਜਣਾ ਉਦੋਂ ਮੈਂ ਲੈ ਕੇ ਕੀ ਜਾਣਾ ਨਾਲ? ਉਸ ਵੇਲੇ ਮੇਰੇ ਨਾਲ ਕੀ ਜਾਣਾ? ਸਾਹਿਬ ਕਹਿੰਦੇ ਚਿੰਤਾ ਤਾਂ ਕੀ ਕੀਜੀਐ ਜੋ ਅੰਨ ਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਚਿੰਤਾ ਤਾਂ ਕਰ ਜੇ ਕਿਤੇ ਅੰਨ ਹੋਣੀ ਗੱਲ ਹੋਵੇ, ਇਹ ਤਾਂ ਹੋਣਾ ਹੈ ਜੋ ਉਪਜਿਓ ਸੋ ਬਿਨਸ ਹੈ, ਪਰੋਂ ਆਜ ਕੈ ਕਾਲ। ਜਿਹੜਾ ਉਪਜਿਆ ਉਹਨੇ ਬਿਨਸਣਾ ਹੈ, ਜਿਹੜਾ ਆਇਆ ਹੈ ਉਹਨੇ ਚੱਲਣਾ ਹੈ। ਨਾ ਅਸੀਂ ਦਿਨ ਨੂੰ ਰੋਕ ਸਕਦੇ ਹਾਂ ਨਾ ਰਾਤ ਨੂੰ, ਤੇ ਬੰਦੇ ਨੂੰ ਕਿੱਥੋਂ ਰੋਕ ਲਾਂਗੇ? ਅਸੀਂ ਤੇ ਨਾ ਦਿਨ ਨੂੰ ਰੋਕ ਸਕਦੇ ਹਾਂ ਨਾ ਰਾਤ ਰੋਕ ਸਕਦੇ ਹਾਂ। ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਮਹਾਰਾਜ ਕਹਿੰਦੇ ਸਭਨਾਂ ਨੇ ਕੂਚ ਕਰਨਾ ਹੈ, ਸਭਨਾਂ ਨੇ ਇੱਕ ਦਿਨ ਇੱਥੋਂ ਕੂਚ ਕਰ ਜਾਣਾ, ਕੋਈ ਸਦਾ ਥਿਰ ਰਹਿਣ ਵਾਲਾ ਨਹੀਂ ਹੈ। ਇਸ ਲਈ ਚਿੰਤਾ ਉਹ ਨਾ ਕਰ, ਚਿੰਤਾ ਇਹ ਕਰ ਕਿ ਜਦੋਂ ਤੁਰਨਾ ਤੇ ਮੇਰੇ ਪੱਲੇ ਕੀ ਹੋਣਾ ਹੈ, ਮੈਂ ਨਾਲ ਕੀ ਲੈ ਕੇ ਜਾਣਾ ਹੈ। ਫਿਰ ਸਾਨੂੰ ਗੁਰੂ ਸਾਹਿਬ ਨੇ ਸੋਝੀ ਦਿੱਤੀ। ਮਹਾਰਾਜ ਕਹਿੰਦੇ ਨਾਲ ਤੇਰੇ ਜਾਣਾ ਕੀ ਹੈ? ਜੋ ਤੂੰ ਸੋਚੀ ਬੈਠਾ ਉਹਦੇ ਵਿੱਚੋਂ ਤਾਂ ਇੱਕ ਕੌਡੀ ਵੀ ਨਾਲ ਨਹੀਂ ਜਾਣੀ। ਜੋ ਤੂੰ ਸਮਝੀ ਬੈਠਾ ਉਹਦੇ ਵਿੱਚੋਂ ਤਾਂ ਇੱਕ ਨਿੱਕੀ ਜਿਹੀ ਸੂਈ ਵੀ ਤੇਰੇ ਨਾਲ ਨਹੀਂ ਜਾਣੀ। ਜਿਹੜਾ ਕੁਝ ਤੇਰੇ ਨਾਲ ਜਾਣਾ ਤੂੰ ਉਸ ਪਾਸੇ ਹਜੇ ਤੁਰਿਆ ਕਿ ਨਹੀਂ ਤੁਰਿਆ, ਇਹ ਸਾਨੂੰ ਗੁਰੂ ਸਾਹਿਬ ਜੀ ਸੋਝੀ ਦਿੰਦੇ ਆ। ਮਹਾਰਾਜ ਕਹਿੰਦੇ ਸਾਥ ਨਾ ਚੱਲੈ ਬਿਨ ਭਜਨ, ਵਿਖਿਆ ਸਗਲੀ ਛਾਰ। ਹਰ ਹਰ ਨਾਮ ਕਮਾਵਣਾ, ਨਾਨਕ ਇਹ ਧਨ ਸਾਰ। ਮਹਾਰਾਜ ਕਹਿੰਦੇ ਆ ਧਨ ਕਮਾ ਜਿਹੜਾ ਤੇਰੇ ਔੜਕ ਤੱਕ ਤੇਰੇ ਨਾਲ ਨਿਭਣਾ ਹੈ। ਹੁਣ ਇਹ ਸਮਝ ਕਿਹਨੂੰ ਆਈ ਕਿ ਜੀਵਨ ਵੀ ਉਹਦੇ ਹੱਥ ਵਿੱਚ ਹੈ ਤੇ ਮਰਨਾ ਵੀ ਉਹਦੇ ਹੱਥ 'ਚ ਹੈ? ਇਹ ਗੱਲ ਕਿਹਨੂੰ ਸਮਝ ਆਈ ਕਿ ਜੋਰ ਨਾ ਜੀਵਨ ਮਰਨ ਨਾ ਜੋਰ। ਨਾ ਸਾਡੇ ਜੀਵਨ ਵਿੱਚ ਸਾਡਾ ਜੋਰ ਹੈ, ਨਾ ਸਾਡੇ ਮਰਨ ਵਿੱਚ ਸਾਡਾ ਜੋਰ ਹੈ। ਸਭ ਕਹਿੰਦੇ ਜਿਨੇ ਗੁਰੂ ਦੀ ਕਿਰਪਾ ਨਾਲ ਆਪਣੇ ਮਨ ਤੇ ਤਨ ਨੂੰ ਪਵਿੱਤਰ ਕਰ ਲਿਆ, ਜਿਨੇ ਸੇਵਾ ਔਰ ਸਿਮਰਨ ਵਿੱਚ ਜੁੜ ਕੇ ਗੁਰੂ ਦੀ ਕਿਰਪਾ ਨਾਲ ਅੰਦਰੋਂ ਅਗਿਆਨਤਾ ਦਾ ਹਨੇਰਾ ਮਿਟਾ ਲਿਆ, ਉਹ ਫਿਰ ਆਪਣੀ ਮਰਜ਼ੀ ਨਾਲ ਨਹੀਂ ਤੁਰਦਾ, ਉਹ ਮਨ ਹੱਠ ਕਰਕੇ ਨਹੀਂ ਤੁਰਦਾ, ਉਹ ਫਿਰ ਉਸ ਮਾਲਕ ਦੇ ਭੈ ਵਿੱਚ ਤੁਰਦਾ ਹੈ, ਉਸ ਮਾਲਕ ਦੇ ਹੁਕਮ ਵਿੱਚ ਤੁਰਦਾ ਹੈ। ਜੀਵਨ ਮਰਨਾ ਸਭ ਤੁਧ ਹੈ ਤਾਈ। ਹੈ ਵਾਹਿਗੁਰੂ ਜੀ, ਇਹ ਜੀਵਨ ਵੀ ਤੁਹਾਡੇ ਤਾਈ ਹੈ ਔਰ ਇਹ ਮਰਨਾ ਵੀ ਤੁਹਾਡੇ ਤਾਈ। ਭਾਵ ਮੇਰਾ ਜੀਵਨ ਮੇਰਾ ਮਰਨਾ ਤੁਹਾਡੇ ਹੱਥ ਦੇ ਵਿੱਚ ਹੀ ਹੈ। ਜਿਸ ਬਖਸ਼ੇ ਤਿਸ ਦੇ ਵਡਿਆਈ। ਜਿਨ੍ਹਾਂ ਨੂੰ ਤੁਸੀਂ ਬਖਸ਼ ਲੈਂਦੇ ਹੋ ਉਹਨਾਂ ਨੂੰ ਤੁਸੀਂ ਆਪ ਹੀ ਵਡਿਆਈਆਂ ਦਿੰਦੇ ਹੋ। ਤਕਰੀਬਨ ਲਗਭਗ ਜਿਹੜੀ ਗੁਰਬਾਣੀ ਦੀ ਵਿਚਾਰ ਚੱਲ ਰਹੀ ਹੁੰਦੀ ਹੈ ਨਾ, ਤੇ ਰਾਤ ਕੁਦਰਤੀ ਇਤਿਹਾਸ ਵੀ ਉਸੇ ਤਰ੍ਹਾਂ ਦਾ ਮੇਲ ਖਾਂਦਾ ਹੀ ਚੱਲਦਾ ਹੈ। ਰਾਤ ਵੀ ਇਤਿਹਾਸ ਇਹੀ ਚੱਲਿਆ ਜਦੋਂ ਅਚਲ ਬਟਾਲੇ ਜਿੰਨੀ ਸਿੱਧ ਮੰਡਲੀ ਬੈਠੀ ਆ, ਭੰਗਰਨਾਥ, ਸ਼ੰਭੂਨਾਥ, ਇਹ ਜਿੰਨੇ ਵੀ ਹੰਕਾਰ ਨਾਲ ਭਰੇ ਬੈਠੇ ਸੀ ਨਾ, ਜਿਹੜੇ ਗੁਰੂ ਸਾਹਿਬ ਜੀ ਨੂੰ ਬਾਰ-ਬਾਰ ਲਲਕਾਰਦੇ ਸੀ ਕਿ ਆਓ ਸਾਨੂੰ ਆਪਣੀ ਤਾਕਤ ਦਿਖਾਓ, ਆਪਣੀ ਸ਼ਕਤੀ ਦਿਖਾਓ, ਸਾਡੇ ਕੋਲ ਇੰਨੀਆਂ ਪਾਵਰਾਂ ਇੰਨੀਆਂ ਤਾਕਤਾਂ ਨੇ। ਤੇ ਗੁਰੂ ਨਾਨਕ ਸਾਹਿਬ ਨੇ ਕੀ ਕੀਤਾ? ਉਹਨਾਂ ਦੀਆਂ ਰਿੱਧੀਆਂ ਸਿੱਧੀਆਂ ਸਾਰੀਆਂ ਹੀ ਉਹਨਾਂ ਕੋਲੋਂ ਖਿੱਚ ਲਈਆਂ। ਜਦੋਂ ਸਾਰੀਆਂ ਰਿੱਧੀਆਂ ਸਿੱਧੀਆਂ ਇਹਨਾਂ ਕੋਲੋਂ ਲੈ ਲਈਆਂ ਤੇ ਫਿਰ ਹੱਥ ਜੋੜ ਕੇ ਠੰਡੇ ਹੋ ਕੇ ਬਹਿ ਗਏ। ਹੁਣ ਪਛਤਾਵਾ ਹੋ ਰਿਹਾ ਕਿ ਅਸੀਂ ਆਪਣੀ ਕਮਾਈ ਤੇ ਮਾਣ ਕਰਦੇ ਰਹੇ, ਪਰ ਅਸੀਂ ਕਿਉਂ ਭੁੱਲ ਗਏ ਕਿ ਧੰਨ ਨਾਨਕ ਤੇਰੀ ਵੱਡੀ ਕਮਾਈ, ਵੀ ਤੁਹਾਡੀ ਕਮਾਈ ਸਾਡੇ ਨਾਲੋਂ ਵੱਡੀ ਹੈ। ਉੱਥੇ ਫਿਰ ਇੱਕ ਪਿਤਾ ਆਪਣੇ 12 ਸਾਲ ਦੇ ਬੱਚੇ ਨੂੰ, ਜਿਹਦਾ ਨਾਮ ਸੰਗਤੀਆ ਹੈ, ਉਹਨੂੰ ਲੈ ਕੇ ਆਉਂਦਾ ਤੇ ਗੁਰੂ ਸਾਹਿਬ ਨੂੰ ਸਮਰਪਣ ਕਰਦਾ। ਉਹ ਬੱਚਾ ਕਹਿੰਦਾ ਮੈਂ ਅੱਜ ਤੋਂ ਤੁਹਾਡੇ ਹੁਕਮ ਦੇ ਵਿੱਚ ਮਹਾਰਾਜ ਤੁਰਨਾ, ਕਿਉਂਕਿ ਮੇਰੇ ਪਿਤਾ ਨੇ ਤੁਹਾਨੂੰ ਸਮਰਪਣ ਕਰ ਦਿੱਤਾ। ਹੁਣ ਤੁਹਾਡੇ ਹੁਕਮ ਵਿੱਚ ਹੀ ਤੁਰਨਾ ਹੈ, ਜਿੱਧਰ ਤੋਰੋਗੇ ਉਸ ਪਾਸੇ ਹੀ ਤੁਰਨਾ ਹੈ। ਤੁਹਾਡੇ ਹੁਕਮ ਵਿੱਚ ਹੀ ਦਿਨ ਰਾਤ ਰਹਿਣਾ ਹੈ,
ਤੇ ਸਤਿਗੁਰੂ ਜੀ ਪ੍ਰਸੰਨ ਹੋ ਕੇ ਕਹਿੰਦੇ ਆ, ਦੱਸ ਕੀ ਚਾਹੀਦਾ ਤੈਨੂੰ? ਉਹਨੇ ਆਖਿਆ, ਮਹਾਰਾਜ ਮੈਨੂੰ ਕੁਝ ਨਹੀਂ ਚਾਹੀਦਾ, ਆ ਜਿਹੜੇ ਸਿੱਧ ਤੁਹਾਡੇ ਅੱਗੇ ਬੈਠੇ ਹੋਏ ਆ ਨਾ, ਬਸ ਇਹਨਾਂ ਦੀ ਬਖਸ਼ਿਸ਼ ਜਿਹੜੀ ਆ ਇਹਨਾਂ ਨੂੰ ਲੁਟਾ ਦਿਓ, ਭਾਵ ਇਹਨਾਂ ਦੀਆਂ ਝੋਲੀਆਂ ਬਖਸ਼ਿਸ਼ਾਂ ਨਾਲ ਭਰ ਦਿਓ। ਤੇ ਸਤਿਗੁਰੂ ਮਹਾਰਾਜ ਕਹਿੰਦੇ ਆ ਵੀ ਜੋ ਤੂੰ ਕਿਹਾ ਆਪਣੇ ਵਾਸਤੇ ਨਹੀਂ, ਤੂੰ ਦੂਜਿਆਂ ਦੇ ਭਲੇ ਵਾਸਤੇ ਮੰਗਿਆ। ਤੇ ਸਤਿਗੁਰੂ ਮਹਾਰਾਜ ਨੇ ਸਾਰੇ ਸਿੱਧ ਉੱਥੇ ਬਖਸ਼ੇ। ਉਹ ਸਿੱਧ ਫਿਰ ਕਹਿੰਦੇ ਆ, ਕਹਿੰਦੇ ਇਹ ਬਾਲਕ ਪਰ ਉਪਕਾਰੀ ਹੈ, ਜਿਹੜਾ ਆਪਣੇ ਵਾਸਤੇ ਨਹੀਂ ਸਾਡੇ ਵਾਸਤੇ ਮੰਗ ਕੇ ਤੇ ਸਾਨੂੰ ਗੁਰੂ ਨਾਨਕ ਦੇ ਸਾਹਿਬ ਦੇ ਘਰ ਅੱਗੇ ਬਖਸ਼ਾ ਕੇ ਤੇ ਸਾਡੀਆਂ ਝੋਲੀਆਂ ਫਿਰ ਬਖਸ਼ਿਸ਼ਾਂ ਨਾਲ ਭਰਤੀਆਂ। ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ, ਜਿਸ ਬਖਸ਼ੇ ਤਿਸ ਦੇ ਵਡਿਆਈ। ਜਿਹਨੂੰ ਮਾਲਕ ਜੀ ਬਖਸ਼ ਦੇਣ ਉਹਨੂੰ ਫਿਰ ਵਡਿਆਈ ਦਿੰਦੇ ਆ, ਜਿਹਨੂੰ ਵਡਿਆਈ ਦਿੰਦੇ ਆ ਉਹਨੂੰ ਫਿਰ ਪਵਿੱਤਰ ਨਾਮ ਅੰਦਰੋਂ ਉਹਨੂੰ ਧਿਆਉਣਾ ਆ ਜਾਂਦਾ ਹੈ। ਤੇ ਜਿਹਨੂੰ ਧਿਆਉਣਾ ਆਰਾਧਨਾ ਆ ਜਾਏ ਉਹ ਫਿਰ ਜੀਵਨ ਤੇ ਮਰਨ ਭਾਵ ਜਨਮ ਔਰ ਮੌਤ ਦੇ ਦਰਮਿਆਨ ਪਰਮੇਸ਼ਵਰ ਦੇ ਭਾਣੇ ਵਿੱਚ ਤੁਰਦਾ ਹੈ। ਉਹ ਫਿਰ ਮਾਲਕ ਦੇ ਹੁਕਮ ਦੇ ਵਿੱਚ ਤੁਰਦਾ ਹੈ। ਨਾਨਕ ਗੁਰੂ ਅਮਰਦਾਸ ਮਹਾਰਾਜ ਜੀ ਕਹਿ ਰਹੇ ਆ, ਨਾਮ ਧਿਆਏ ਸਦਾ ਤੂੰ ਜੰਮਣ ਮਰਨ ਸਵਾਰਨਿਆ। ਇਹ ਵਾਹਿਗੁਰੂ ਜੀ ਜਿਹੜੇ ਸਦਾ ਤੇਰੇ ਨਾਮ ਨੂੰ ਧਿਆਉਂਦੇ ਹਨ, ਤੂੰ ਉਹਨਾਂ ਦਾ ਜਨਮ ਤੇ ਮਰਨ ਸਵਾਰ ਦਿੰਨਾ ਹੈ। ਕਈ ਆਪਣਾ ਜਨਮ ਤੇ ਆਪਣਾ ਮਰਨ ਵਿਗਾੜ ਕੇ ਜਾਂਦੇ ਆ। ਤਿੰਨੀ ਜਨਮ ਜੂਏ ਹਾਰਿਆ, ਮਨਮੁਖ ਚੱਲੇ ਮੂਲ ਗਵਾਏ ਜਿਉ। ਕਈ ਜਨਮ ਸਵਾਰ ਕੇ ਜਾਂਦੇ ਆ, ਮਰਨ ਵੀ ਸਵਾਰ ਕੇ ਜਾਂਦੇ ਆ, ਤੇ ਕਈ ਜਨਮ ਮਰਨ ਆਪਣਾ ਵਿਗਾੜ ਕੇ ਜਾਂਦੇ ਆ। ਹੁਣ ਸਵਾਰਿਆ ਕਿਨੇ ਆ? ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਕੇ ਅਗਿਆਨਤਾ ਦਾ ਹਨੇਰਾ ਆਪਣੇ ਅੰਦਰੋਂ ਮਿਟਾ ਕੇ ਗਿਆਨ ਦੀ ਰੋਸ਼ਨੀ ਵਿੱਚ ਤੁਰਦਿਆਂ ਹੋਇਆਂ ਪਰਮੇਸ਼ਵਰ ਦੇ ਨਾਮ ਨੂੰ ਧਿਆਇਆ। ਜਿਹੜੇ ਸਦਾ, ਇੱਥੇ ਧਿਆਨ ਰੱਖਿਓ, ਸਦਾ ਦਾ ਮਤਲਬ ਹੈ ਕਿ ਹੁਣ ਸਮਾਂ ਜਿੱਦਾਂ ਦਾ ਮਰਜ਼ੀ ਆ ਗਿਆ, ਔਖਾ ਸੌਖਾ ਦੁੱਖ ਸੁੱਖ ਵਾਲਾ, ਉਹ ਸਦਾ ਨਾਮ ਨੂੰ ਧਿਆਉਂਦੇ ਰਹਿੰਦੇ ਆ। ਉਹਨਾਂ ਦੀ ਅੰਦਰ ਦੀ ਅਵਸਥਾ ਹੋ ਗਈ ਕਿ ਜੇ ਸੁਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਧਿਆਈ। ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਹੁਣ ਉਹ ਦੁੱਖ ਸੁੱਖ ਦੀ ਪਰਵਾਹ ਨਹੀਂ ਕਰਦੇ, ਕਿਉਂਕਿ ਉਹ ਅੰਦਰੋਂ ਧਿਆਉਂਦਿਆਂ ਤੇ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਕੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ ਦੀ ਅਵਸਥਾ ਦੇ ਮਾਲਕ ਬਣ ਜਾਂਦੇ ਆ। ਤੇ ਜਿਹੜੇ ਫਿਰ ਮਾਲਕ ਦੇ ਗੁਰੂ ਦੇ ਗਿਆਨ ਦੀ ਰੋਸ਼ਨੀ ਵਿੱਚ, ਜਿਹੜੇ ਅਗਿਆਨਤਾ ਦੇ ਹਨੇਰੇ ਨੂੰ ਮਿਟਾ ਕੇ ਦਿਨ ਰਾਤ ਪਰਮੇਸ਼ਵਰ ਦੇ ਨਾਮ ਨੂੰ ਧਿਆਉਂਦੇ ਆ, ਮਾਲਕ ਜੀ ਤੁਸੀਂ ਉਹਨਾਂ ਦੇ ਜਨਮ ਔਰ ਮਰਨ ਨੂੰ ਸਵਾਰ ਦਿੰਦੇ ਹੋ। ਅਸੀਂ ਵੀ ਗੁਰੂ ਵਾਲੇ ਇਸੇ ਲਈ ਬਣਨਾ, ਗੁਰੂ ਸਾਹਿਬ ਦੇ ਦਰ ਤੇ ਇਸੇ ਲਈ ਆਉਣਾ ਕਿ ਸਾਡਾ ਜੰਮਣ ਮਰਨ ਸਵਰ ਜਾਏ, ਭਾਵ ਇਹ ਮਨੁੱਖਾ ਜਨਮ ਸਾਡਾ ਸਫਲ ਹੋ ਜਾਏ। ਅਸੀਂ ਇਸ ਜਨਮ ਵਿੱਚ ਪਰਮੇਸ਼ਵਰ ਦੇ ਨਾਮ ਨੂੰ ਧਿਆ ਕੇ ਇਹ ਨਾਮ ਦਾ ਲਾਹਾ ਲੈ ਕੇ ਜਾਣਾ। ਵਣਜ ਕਰੋ ਵਣਜਾਰਿਓ ਵੱਖਰ ਲਿਹੋ ਸੰਭਾਲ, ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭੈ ਨਾਲ। ਬਾਹਰ ਦੇ ਅਸੀਂ ਸੁੱਖ ਵੀ ਮੰਗਣੇ ਆ, ਪਰ ਸਭ ਤੋਂ ਵੱਡਾ ਜਿਹੜਾ ਸੁੱਖ ਉਹ ਨਾਮ ਵਿੱਚ ਹੈ। ਇਸ ਲਈ ਨਾਮ ਦੀ ਦਾਤ ਅਸੀਂ ਹਰ ਵੇਲੇ ਵਾਹਿਗੁਰੂ ਜੀ ਦੇ ਦਰ ਤੇ ਭਾਵਨਾ ਨਾਲ ਜੁੜ ਕੇ ਮੰਗਦੇ ਰਹਿਣਾ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ,
ਆਪਣਾ ਨਾਮ ਦਿਹਾ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਉ ਏਹ, ਨਾਨਕ ਚਾਉ ਏਹ। ਆਪਣਾ ਨਾਮ ਦਿਹਾ, ਆਪਣਾ ਨਾਮ ਦਿਹਾ। ਸਤਿਗੁਰੂ ਕਿਰਪਾ ਕਰਨ, ਆਪ ਵੀ ਗੁਰੂ ਵਾਲੇ ਬਣੀਏ, ਹੋਰਾਂ ਨੂੰ ਵੀ ਪ੍ਰੇਰ ਕੇ ਗੁਰੂ ਚਰਨਾਂ 'ਚ ਲੈ ਆਈਏ, ਤਾਂ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਸਾਡੇ ਮਨਾਂ ਵਿੱਚੋਂ ਅਗਿਆਨਤਾ ਦਾ ਹਨੇਰਾ ਮੁੱਕ ਜਾਏ ਤੇ ਗਿਆਨ ਦੀ ਰੋਸ਼ਨੀ ਵਿੱਚ ਤੁਰਦਿਆਂ ਬਾਣੀ ਤੇ ਬਾਣੀ ਦੀ ਸੰਭਾਲ ਕਰਦਿਆਂ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ ਜੀ। ਜੀਵਨ ਮਰਣਾ ਸਭ ਤੁਧੈ ਤਾਈ, ਜਿਸ ਬਖਸ਼ੇ ਤਿਸ ਦੇ ਵਡਿਆਈ। ਨਾਨਕ ਨਾਮ ਧਿਆਏ ਸਦਾ ਤੂੰ, ਜੰਮਣ ਮਰਨ ਸਵਾਰਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ। ਸਤਿ